ਹੈਲੋ एवरीवन वेलकम टू CBC ਅਕੈਡਮੀ ਅਬੋਰ। मैं ਹਰੁਣ ਤਨੇਜਾ ਤੇ ਆਪਾਂ ਕੰਟੀਨਿਊ ਕਰਦੇ ਹਾਂ ਅਪ੍ਰੈਲ ਕਰੰਟ ਅਫੇਅਰਸ ਦਾ ਪਾਰਟ 5th ਜੋ ਕਿ ਫਾਈਨਲ ਪਾਰਟ ਹੋਊਗਾ ਤੁਹਾਡੇ ਸਾਰੇ ਕਰੰਟ ਅਫੇਅਰਸ ਅਪ੍ਰੈਲ ਦੇ। ਤੇ ਜਿਹੜੇ ਵੀ ਬਾਕੀ ਰਹਿ ਜਾਣਗੇ ਨੈਕਸਟ ਸੁਖ ਜੀ ਆਪਾਂ ਤੁਹਾਨੂੰ ਅੱਗੇ ਫਰਦਰ ਜਿਹੜਾ ਮਈ ਦੇ ਕਰੰਟ ਅਫੇਅਰ ਹੋਣਗੇ ਉਹਦੇ 'ਚ ਆਪਾਂ ਕੰਪਲੀਟ ਕਰਵਾ ਦਾਂਗੇ। ਹੋਪਫੁਲੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕਰਨ ਦੀ, ਤੇ ਕਿਉਂਕਿ ਆਪਾਂ ਕੰਟੈਂਟ ਡਿਫਰੈਂਟ ਸੋਰਸਿਸ ਤੋਂ ਇਕੱਠਾ ਕਰਨਾ ਹੁੰਦਾ, ਤਾਂ ਕਰਕੇ ਥੋੜ੍ਹੇ ਜਿਹੇ ਲੈਕਚਰ ਬਣਾਉਣ ਦੇ ਵਿੱਚ ਟਾਈਮ ਲੱਗ ਜਾਂਦਾ। ਸੋ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਬਾਕੀ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਤੇ ਕਿਉਂਕਿ ਤੁਹਾਡੇ ਜਿਹੜੇ ਸਾਡੇ ਅਪਡੇਟਸ ਹੈਗੇ ਆ ਤੁਸੀਂ ਬਹੁਤ ਹੀ ਜਲਦੀ ਪਾ ਸਕਦੇ ਹੋ। ਜਿਵੇਂ ਵੀ ਅਸੀਂ ਅਪਲੋਡ ਕਰਦੇ ਹਾਂ ਵੀਡੀਓ, ਤੁਸੀਂ ਨਾਲ ਦੀ ਨਾਲ ਸਾਡੇ ਅਪਡੇਟਸ ਪਾ ਸਕਦੇ ਹੋ। ਬਾਕੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕਿਊਰੀਜ਼ ਹੈਗੀ ਹੈ, ਡਾਊਟ ਹੈਗਾ, ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ, ਠੀਕ ਹੈ ਜੀ। ਅਤੇ ਹੋਰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈਗਾ, ਬਾਕੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ਅਤੇ ਆਪਣੀ ਜੋ ਵੀ ਡਾਊਟਸ ਹੈ ਪੁੱਛ ਸਕਦੇ ਹੋ ARNTANEJ07 'ਤੇ, ਠੀਕ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਵੀ ਜਿਹੜੀ ਕੁਛ ਕਰਾਂਗੇ ਇਹਦੇ 'ਚੋਂ ਹੈਗੇ ਬਹੁਤ ਸਾਰੇ ਆ, ਠੀਕ ਹੈ। ਅਤੇ ਮੈਂ ਸਾਰੇ ਕਰਵਾਤੇ ਆ, ਕਿਸੇ ਨੂੰ ਇਹ ਨਾ ਰਹਿ ਜੇ ਵੀ ਕੁਛ ਛੱਡਤਾ ਆਪਾਂ, ਠੀਕ ਹੈ ਜੀ। ਇਹ ਮੈਂ ਜਿਹੜੇ ਡੇਟ ਅਤੇ ਡੇ ਥੀਮ ਹੈਗਾ ਇੱਕ ਕੁਐਸਚਨ ਪੱਕਾ ਆਉਂਦਾ ਹੈਗਾ, ਜਿਵੇਂ ਆਪਾਂ ਕਰਾਂਗੇ। ਬਾਕੀ ਤੁਹਾਨੂੰ ਮੈਂ ਇੱਕ ਸਪੈਸ਼ਲ ਲੈਕਚਰ ਵੀ ਲਵਾ ਦੂੰਗਾ, ਜਿਵੇਂ ਕਿ ਅਪ੍ਰੈਲ ਦੀਆਂ ਡੇਟਸ, ਮਈ ਦੀਆਂ ਡੇਟਸ, ਜੂਨ ਦੀਆਂ ਆਪਾਂ ਸਾਰੀਆਂ ਇਕੱਠੀਆਂ ਕਰ ਲਾਂਗੇ ਇੱਕ ਵਾਰੀ। ਬਾਕੀ ਹੁਣ ਆਪਾਂ ਜਿਵੇਂ ਆਪਾਂ ਅਪ੍ਰੈਲ ਦੇ ਕਰ ਰਹੇ ਹਾਂ ਤਾਂ ਆਪਾਂ ਇੱਕ ਵਾਰੀ ਅਪ੍ਰੈਲ ਦੇ ਕਰਦੇ ਹਾਂ ਸਾਰੇ, ਠੀਕ ਹੈ ਜੀ। ਸੋ ਜੋ ਇੰਪੋਰਟੈਂਟ ਹੈਗੇ ਆ ਆਪਾਂ ਉਹ ਕਰਾਂਗੇ ਸਾਰੇ, ਕਿਉਂਕਿ ਲਗਭਗ ਸਾਰੇ ਇੰਪੋਰਟੈਂਟ ਹੈ। ਫਿਰ ਵੀ ਜੋ ਮੋਸਟ ਇੰਪੋਰਟੈਂਟ ਆ ਉਹਦਾ ਜ਼ਿਆਦਾ ਐਮਫੋਸਿਸ ਦੇ ਲਾਂਗੇ, ਠੀਕ ਹੈ। ਲਗਭਗ ਸਾਰੇ ਹੈਗੇ ਆ। ਅੱਜ ਹੀ ਆਪਾਂ ਸਾਰੀਆਂ ਅਪੋਇੰਟਮੈਂਟਸ ਲਗਭਗ ਕਰ ਦੇਣੀਆਂ ਜੋ ਇਸ ਮਹੀਨੇ ਦੇ ਵਿੱਚ ਇੰਪੋਰਟੈਂਟ ਹੋਈਆਂ, ਅਤੇ ਜਾਂ ਡੇਜ਼ ਹੈਗੇ ਆ ਇਹ ਕਰ ਦੇਣੇ। ਬਾਕੀ ਕੁਛ ਕੁਐਸਚਨਸ ਰਹਿ ਗਏ ਸੀਗੇ, ਆਪਾਂ ਉਹ ਵੀ ਕਰ ਲੈਣੇ ਆ ਜੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗਾ। 1 ਅਪ੍ਰੈਲ ਮਨਾਇਆ ਜਾਂਦਾ ਉੜੀਸਾ ਸਟੇਟਹੁੱਡ ਡੇ। ਉੜੀਸਾ ਹੋਇਆ ਸੀਗਾ 1 ਅਪ੍ਰੈਲ ਨੂੰ, ਠੀਕ ਹੈ। 86th ਐਡੀਸ਼ਨ ਐਜ਼ ਏ ਸੈਪਰੇਟ ਸਟੇਟ ਇਨ 1936। ਸੋ ਉੜੀਸਾ ਨੂੰ ਬਿਹਾਰ, ਬੰਗਾਲ ਅਤੇ ਉੜੀਸਾ ਇਹ 3 ਸਟੇਟ ਬਣਾਈਆਂ ਗਈਆਂ ਸੀਗੀਆਂ 1936 ਦੇ ਵਿੱਚ, ਠੀਕ ਹੈ ਜੀ। ਸੋ 1 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਹੋਰ ਕਿਹੜਾ ਡੇ ਮਨਾਇਆ ਜਾਂਦਾ ਹੈ? 86th ਰਿਜ਼ਰਵ ਬੈਂਕ ਆਫ ਇੰਡੀਆ ਫਾਊਂਡੇਸ਼ਨ ਡੇ। ਸੋ ਇਸ ਦਿਨ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਉਸ ਦਿਨ ਫਾਊਂਡ ਹੋਇਆ ਸੀਗਾ। ਜਿਹੜਾ ਆਪਣਾ 2 ਅਪ੍ਰੈਲ ਹੈਗਾ ਉਹ ਕਿਹੜੇ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ? ਤਾਂ ਆਪਣਾ ਆਨਸਰ ਆ ਜਾਊਗਾ ਵਰਲਡ ਔਟਿਜ਼ਮ ਅਵੇਅਰਨੈਸ ਡੇ। ਜਿਹੜਾ ਉੜੀਸਾ ਡੇ ਹੈਗਾ ਅਤੇ ਵਰਲਡ ਔਟਿਜ਼ਮ ਅਵੇਅਰਨੈਸ ਡੇ ਹੈਗਾ, ਇਹ ਬਹੁਤ ਹੀ ਇੰਪੋਰਟੈਂਟ ਹੈਗੇ ਆ। ਸੋ ਇਹਨਾਂ ਨੂੰ ਯਾਦ ਰੱਖਣਾ ਤੁਸੀਂ। 1 ਅਪ੍ਰੈਲ ਵਰਲਡ ਔਟਿਜ਼ਮ ਡੇ ਅਤੇ ਉੜੀਸਾ ਸਟੇਟਹੁੱਡ ਡੇ, ਠੀਕ ਹੈ। ਫਿਰ ਆ ਜਾਂਦਾ ਆਪਣਾ 2 ਅਪ੍ਰੈਲ ਇੰਟਰਨੈਸ਼ਨਲ ਚਿਲਡਰਨ ਬੁੱਕ ਡੇ। ਇਹ ਕੋਈ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਗਾ, ਜੇ ਕਿਸੇ ਨੇ ਯਾਦ ਕਰਨਾ ਇੱਛਾ ਹੈਗੀ ਹੈ ਤਾਂ ਜ਼ਰੂਰ ਕਰ ਸਕਦਾ। 4th ਆਪਣਾ ਆ ਜਾਂਦਾ 4 ਅਪ੍ਰੈਲ ਇੰਟਰਨੈਸ਼ਨਲ ਡੇ ਫॉर ਮਾਈਨ ਅਵੇਅਰਨੈਸ ਐਂਡ ਅਸਿਸਟੈਂਸ ਇਨ ਮਾਈਨ ਐਕਸ਼ਨ। ਇਹ ਵੀ ਕੋਈ ਜ਼ਿਆਦਾ ਇੰਪੋਰਟੈਂਟ ਹੈ ਨਹੀਂ, ਬਾਕੀ ਕਿਸੇ ਦੀ ਇੱਛਾ ਹੈ ਤਾਂ ਜ਼ਰੂਰ ਕਰ ਸਕਦਾ। 2 ਇੰਪੋਰਟੈਂਟ ਹੈਗੇ ਆ, ਇੱਕ ਤਾਂ ਉੜੀਸਾ ਦਾ ਸਟੇਟਹੁੱਡ ਡੇ ਅਤੇ ਇੱਕ ਵਰਲਡ ਔਟਿਜ਼ਮ ਅਵੇਅਰਨੈਸ ਡੇ, ਠੀਕ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ। ਬਾਕੀ ਵਰਲਡ ਔਟਿਜ਼ਮ ਡੇ ਦੀ ਅਵੇਅਰਨੈਸ ਦੀ ਜਿਹੜੀ ਥੀਮ ਹੈਗੀ ਉਹ ਤੁਹਾਨੂੰ ਯਾਦ ਕਰਨ ਦੀ ਜ਼ਰੂਰਤ ਹੈ ਨਹੀਂ ਗੀ, ਸਿਰਫ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ 2 ਅਪ੍ਰੈਲ ਵਰਲਡ ਔਟਿਜ਼ਮ ਅਵੇਅਰਨੈਸ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੁੰਦਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ 5 ਅਪ੍ਰੈਲ। ਬਹੁਤ ਹੀ ਇੰਪੋਰਟੈਂਟ ਹੈਗਾ, ਇਹਨੂੰ ਤੁਸੀਂ ਯਾਦ ਰੱਖਣਾ। 5 ਅਪ੍ਰੈਲ ਹੈਗਾ ਨੈਸ਼ਨਲ ਮੈਰਾਟਾਈਮ ਡੇ। 58th ਹੈਗਾ, ਇਹ ਵੀ ਤੁਸੀਂ ਯਾਦ ਰੱਖਣਾ ਹੈ ਵੀ 58ਵਾਂ ਨੈਸ਼ਨਲ ਮੈਰਾਟਾਈਮ ਡੇ ਹੈਗਾ। 5 ਅਪ੍ਰੈਲ ਇਜ਼ ਸੈਲੀਬ੍ਰੇਟਿਡ ਐਜ਼ ਨੈਸ਼ਨਲ ਮੈਰਾਟਾਈਮ ਡੇ, ਠੀਕ ਹੈ ਜੀ। ਤੁਸੀਂ ਇਹ ਵੀ ਯਾਦ ਰੱਖਣਾ ਵੀ 58ਵਾਂ ਮਤਲਬ ਮੈਨੂੰ ਸਾਲ ਲੱਗਿਆ, ਮਤਲਬ 58 ਸਾਲ ਹੋ ਗਏ ਜਿਹੜੀ ਆਪਣੀ ਨੇਵੀ ਬਣੀ ਨੂੰ, ਠੀਕ ਹੈ। ਸੋ ਇਹਦਾ ਥੀਮ ਕੀ ਹੈਗਾ? ਸਸਟੇਨੇਬਲ ਸ਼ਿਪਿੰਗ ਬਿਯੋਂਡ ਕੋਵਿਡ-19। ਦਿਸ ਡੇ ਇਜ਼ ਅਬਜ਼ਰਵਡ ਬੀਇੰਗ ਸਿੰਸ 1964। ਸੋ 1964 ਤੋਂ ਇਹ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੁੰਦਾ ਅਤੇ 58 ਸਾਲ ਹੋ ਗਏ ਇਹਨੂੰ ਸੈਲੀਬ੍ਰੇਟ ਕਰਦੇ ਨੂੰ। ਅਤੇ 5 ਅਪ੍ਰੈਲ ਨੈਸ਼ਨਲ ਮੈਰਾਟਾਈਮ ਡੇ ਜਿਹਦਾ ਥੀਮ ਹੈਗਾ ਸਸਟੇਨੇਬਲ ਸ਼ਿਪਿੰਗ ਬਿਯੋਂਡ ਕੋਵਿਡ-19, ਠੀਕ ਹੈ ਜੀ। ਵਰਲਡ ਔਟਿਜ਼ਮ ਡੇ ਕਦੋਂ ਮਨਾਇਆ ਜਾਂਦਾ ਹੁੰਦਾ ਹੈ? 2 ਅਪ੍ਰੈਲ ਨੂੰ, ਠੀਕ ਹੈ। ਬਹੁਤ ਹੀ ਇੰਪੋਰਟੈਂਟ ਹੈਗਾ ਅਤੇ ਉਹਦੀ ਥੀਮ ਆਪਾਂ ਨੂੰ ਜ਼ਿਆਦਾ ਜ਼ਰੂਰੀ ਹੈ ਨਹੀਂ ਗੀ, ਬਾਕੀ ਤੁਸੀਂ ਕਰਨਾ ਚਾਹੋ ਤਾਂ ਇੱਛਾ ਹੈਗੀ ਆ। ਨੈਸ਼ਨਲ ਮੈਰਾਟਾਈਮ ਡੇ ਦੀ ਥੀਮ ਤੁਸੀਂ ਯਾਦ ਕਰਨੀ ਹੈ ਸਸਟੇਨੇਬਲ ਸ਼ਿਪਿੰਗ ਬਿਯੋਂਡ ਕੋਵਿਡ-19 5 ਅਪ੍ਰੈਲ। ਨੈਕਸਟ ਹੈਗਾ ਇੰਟਰਨੈਸ਼ਨਲ ਡੇ ਆਫ ਕੰਸਾਇੰਸ। ਇਹ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਗਾ, ਫਿਰ ਵੀ ਤੁਸੀਂ ਕਰਨਾ ਹੋਵੇ ਕਰ ਸਕਦੇ ਹੋ। ਨੈਕਸਟ ਹੈਗਾ 6 ਅਪ੍ਰੈਲ ਸੈਲੀਬ੍ਰੇਟਿਡ ਵਰਲਡ ਟੈਨਿਸ ਡੇ। ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਵਰਲਡ ਟੈਨਿਸ ਡੇ ਦੇ ਹੈੱਡਕੁਆਟਰ ਕਿੱਥੇ ਕੀ, ਜਿਵੇਂ ਨਾਲ ਦਿੱਤੇ ਹੋਏ ਆ। ਹੈੱਡਕੁਆਟਰ ਹੈਗੇ ਲੁਸੈਨ, ਸਵਿਟਜ਼ਰਲੈਂਡ ਦੇ ਵਿੱਚ। ਬਹੁਤ ਹੀ ਇੰਪੋਰਟੈਂਟ ਹੈਗਾ। 6 ਅਪ੍ਰੈਲ ਇਜ਼ ਸੈਲੀਬ੍ਰੇਟਿਡ ਐਜ਼
ਵਰਲਡ ਟੇਬਲ ਟੈਨਿਸ ਡੇ ਦੇ ਜਿਹੜੇ ਹੈੱਡਕੁਆਟਰ ਕਿਤੇ ਹੈਗੇ ਵਰਲਡ ਟੇਬਲ ਟੈਨਿਸ ਦੇ ਇਹਦੇ ਹੈੱਡਕੁਆਟਰ ਹੈਗੇ ਲੁਸੈਨ ਸਵਿਟਜ਼ਰਲੈਂਡ ਦੇ ਵਿੱਚ। ਠੀਕ ਹੈ, ਬਾਕੀ ਇਹਨਾਂ ਯਾਦ ਕਰਨਾ, ਬਾਕੀ ਡੇ ਤੁਸੀਂ ਛੱਡ ਸਕਦੇ ਹੋ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਨੈਸ਼ਨਲ ਮੈਰਾਟਾਈਮ ਡੇ। ਠੀਕ ਹੈ, ਬਾਕੀ ਇਹ ਤੁਹਾਨੂੰ ਪ੍ਰੋਵਾਈਡ ਇਸ ਲਈ ਕਰ ਰਹੇ ਹਾਂ, ਅਗਰ ਕਿਸੇ ਨੂੰ ਹੋਰ ਮਤਲਬ ਜੋ ਵੀ ਆਪਣੇ ਲੈਕਚਰਸ ਵੇਖ ਰਹੇ ਆ ਅਤੇ ਉਹਨਾਂ ਨੂੰ ਲੱਗ ਰਿਹਾ ਵੀ ਇਹ ਡੇ ਇੰਪੋਰਟੈਂਟ ਹੈਗਾ, ਤੁਸੀਂ ਕਰ ਸਕਦੇ ਹੋ। ਮੇਰੇ ਪਰਸਪੈਕਟਿਵ ਤੋਂ ਇੰਪੋਰਟੈਂਟ ਹੈ ਨਹੀਂ ਗਾ, ਬਾਕੀ ਤੁਸੀਂ ਆਪਣੇ ਵੱਲੋਂ ਕਰਨਾ ਚਾਹੋ ਤਾਂ ਕਰ ਸਕਦੇ ਹੋ। ਠੀਕ ਹੈ, ਤਾਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ, ਮੈਕਸੀਮਮ ਕੰਟੈਂਟ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਨੂੰ ਜੇ ਲੱਗ ਰਿਹਾ ਇੰਪੋਰਟੈਂਟ ਤਾਂ ਜ਼ਰੂਰ ਕਰੋ ਤੁਸੀਂ। ਇੱਦਾਂ ਨਹੀਂ ਹੋਣਾ ਚਾਹੀਦਾ ਵੀ ਤੁਹਾਨੂੰ ਲੱਗ ਰਿਹਾ ਵੀ ਮੈਂ ਕਰਵਾ ਨਹੀਂ ਰਿਹਾ, ਆਪਾਂ ਆਪਣੇ ਵੱਲੋਂ ਮੈਕਸੀਮਮ ਕੰਟੈਂਟ ਕਰਾਉਣਾ ਤੁਹਾਨੂੰ। ਸੋ ਬਾਕੀ ਤਾਂ ਜੀ ਤੁਹਾਨੂੰ ਪਤਾ ਵੀ ਐਗਜ਼ਾਮ ਦਾ ਕੁਛ ਨਹੀਂ ਪਤਾ, ਕਿੱਥੋਂ ਵੀ ਪੁੱਛਿਆ ਜਾ ਸਕਦਾ ਹੁੰਦਾ। ਨੈਕਸਟ ਹੈਗਾ ਇੰਟਰਨੈਸ਼ਨਲ ਡੇ ਫੋਰ ਸਪੋਰਟ ਫॉर ਡਿਵੈਲਪਮੈਂਟ ਐਂਡ ਪੀਸ। ਨੈਕਸਟ ਹੈਗਾ ਵਰਲਡ ਹੈਲਥ ਡੇ, ਬਹੁਤ ਇੰਪੋਰਟੈਂਟ ਹੈਗਾ। ਤੁਸੀਂ ਵਰਲਡ ਹੈਲਥ ਡੇ 'ਤੇ ਫੋਕਸ ਕਰਨਾ। ਵਰਲਡ ਹੈਲਥ ਡੇ ਦੀ ਥੀਮ ਕੀ ਹੈਗੀ ਹੈ? ਬਿਲਡਿੰਗ ਏ ਫੇਅਰ ਹੈਲਦੀਅਰ ਵਰਲਡ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਨੈਸ਼ਨਲ ਮੈਰਾਟਾਈਮ ਡੇ ਕਦੋਂ ਮਨਾਇਆ ਜਾਂਦਾ? 5 ਅਪ੍ਰੈਲ ਨੂੰ। 2 ਅਪ੍ਰੈਲ ਨੂੰ ਕੀ ਮਨਾਇਆ ਜਾਂਦਾ? ਵਰਲਡ ਔਟਿਜ਼ਮ ਡੇ, ਬਹੁਤ ਹੀ ਇੰਪੋਰਟੈਂਟ ਹੈਗਾ। ਵਰਲਡ ਹੈਲਥ ਡੇ ਕਦੋਂ ਮਨਾਇਆ ਜਾਂਦਾ? 7 ਅਪ੍ਰੈਲ ਨੂੰ। ਬਿਲਡਿੰਗ ਏ ਫੇਅਰ ਹੈਲਦੀਅਰ ਵਰਲਡ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਅਤੇ ਵਰਲਡ ਔਟਿਜ਼ਮ ਡੇ ਕਦੋਂ ਮਨਾਇਆ ਜਾਂਦਾ ਹੁੰਦਾ? 2 ਅਪ੍ਰੈਲ ਨੂੰ। ਵਾਰ-ਵਾਰ ਰਿਪੀਟ ਕਰੋ ਤਾਂ ਹੀ ਚੀਜ਼ਾਂ ਯਾਦ ਹੋਣਗੀਆਂ। ਸੋ ਨੈਕਸਟ 'ਤੇ ਮੂਵ ਕਰਦੇ ਹਾਂ ਆਪਾਂ। ਸੋ 7 ਅਪ੍ਰੈਲ ਦਾ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਨਹੀਂਗਾ, ਤੁਸੀਂ ਪੜ੍ਹਨਾ ਚਾਹੋ ਤਾਂ ਪੜ੍ਹ ਸਕਦੇ ਹੋ। ਨੈਕਸਟ ਹੈਗਾ ਇੰਟਰਨੈਸ਼ਨਲ ਰੋਮਾਨੀ ਡੇ, ਕੁਝ ਜ਼ਿਆਦਾ ਇੰਪੋਰਟੈਂਟ ਹੈ ਨਹੀਂਗਾ, 8 ਅਪ੍ਰੈਲ। 9 ਅਪ੍ਰੈਲ ਹੈਗਾ 71 ਇੰਡੀਅਨ ਕਾਊਂਸਲ ਫॉर ਕਲਚਰਲ ਰਿਲੇਸ਼ਨ ਫਾਊਂਡੇਸ਼ਨ ਡੇ, ਇਹ ਵੀ ਤੁਸੀਂ ਛੱਡ ਸਕਦੇ ਹੋ, ਬਾਕੀ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ। ਨੈਕਸਟ ਹੈਗਾ ਬਹੁਤ ਇੰਪੋਰਟੈਂਟ ਹੈਗਾ 9 ਅਪ੍ਰੈਲ ਇੰਪੋਰਟੈਂਟ ਹੈਗਾ CRPF ਡੇ ਹੈਗਾ, CRPF ਵੈਲੋ ਡੇ। ਦਿਸ ਡੇ ਇਜ਼ ਆਲਸੋ ਨੋਨ ਐਜ਼ ਦਾ ਸ਼ੌਰਿਆ ਦਿਵਸ। ਡਾਇਰੈਕਟਰ ਜਨਰਲ ਆਫ CRPF ਕੁਲਦੀਪ ਸਿੰਘ, ਬਹੁਤ ਇੰਪੋਰਟੈਂਟ ਹੈਗਾ। ਇਹ ਤੁਸੀਂ ਯਾਦ ਰੱਖਣਾ ਵੀ ਡਾਇਰੈਕਟਰ ਜਨਰਲ ਕੌਣ ਹੈਗੇ ਆ CRPF ਦੇ, ਤਾਂ ਆਪਣਾ ਆਨਸਰ ਆ ਜਾਊਗਾ ਕੁਲਦੀਪ ਸਿੰਘ ਡਾਇਰੈਕਟਰ ਜਨਰਲ ਹੈਗੇ ਆ CRPF ਦੇ। ਠੀਕ ਹੈ, ਅਤੇ ਇਹਨੂੰ ਐਜ਼ ਏ ਸ਼ੌਰਿਆ ਦਿਵਸ ਵੀ ਮਨਾਇਆ ਜਾਂਦਾ ਹੁੰਦਾ। ਜਿਹੜਾ CRPF ਡੇ ਹੈਗਾ ਇਹਨੂੰ ਸ਼ੌਰਿਆ ਦਿਵਸ ਵੀ ਮਨਾਇਆ ਜਾਂਦਾ 9 ਅਪ੍ਰੈਲ। ਤੁਸੀਂ ਯਾਦ ਰੱਖਣਾ ਸ਼ੌਰਿਆ ਦਿਵਸ ਕਦੋਂ ਮਨਾਇਆ ਜਾਂਦਾ ਹੁੰਦਾ? 9 ਅਪ੍ਰੈਲ ਨੂੰ ਮਨਾਇਆ ਜਾਂਦਾ ਹੁੰਦਾ। ਨੈਕਸਟ ਹੈਗਾ ਵਰਲਡ ਹੋਮੋਪੈਥਿਕ ਡੇ, ਇਹ ਵੀ ਕਈ ਵਾਰੀ ਪੁੱਛ ਲਿਆ ਜਾਂਦਾ ਹੁੰਦਾ। ਇਹ 10 ਅਪ੍ਰੈਲ ਨੂੰ ਮਨਾਇਆ ਜਾਂਦਾ ਹੁੰਦਾ। ਵਰਲਡ ਹੋਮੋਪੈਥਿਕ ਡੇ 10 ਅਪ੍ਰੈਲ, CRPF ਡੇ 9 ਅਪ੍ਰੈਲ, 7 ਅਪ੍ਰੈਲ ਅਤੇ 8 ਅਪ੍ਰੈਲ ਆਪਾਂ ਨੂੰ ਯਾਦ ਕਰਨ ਦੀ ਲੋੜ ਹੈ ਨਹੀਂ। 5 ਅਪ੍ਰੈਲ ਕਿਹੜਾ ਹੁੰਦਾ? ਨੈਸ਼ਨਲ ਮੈਰਾਟਾਈਮ ਡੇ। 2 ਅਪ੍ਰੈਲ ਕਿਹੜਾ ਹੁੰਦਾ? ਵਰਲਡ ਔਟਿਜ਼ਮ ਡੇ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈਗਾ। ਉਸ ਤੋਂ ਬਾਅਦ ਜਿਹੜਾ ਆਪਣਾ ਸਭ ਤੋਂ ਇੰਪੋਰਟੈਂਟ ਸੀਗਾ ਉਹ ਸੀਗਾ ਵਰਲਡ ਹੈਲਥ ਡੇ, ਉਹ ਤੁਹਾਨੂੰ ਯਾਦ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੁੰਦਾ ਵਰਲਡ ਹੈਲਥ ਡੇ। ਠੀਕ ਹੈ ਜੀ, ਸੋ ਇਹ ਤੁਹਾਨੂੰ ਚੀਜ਼ਾਂ ਯਾਦ ਹੋਣੀ ਚਾਹੀਦੀਆਂ। ਬਾਕੀ ਜਿਨ੍ਹਾਂ ਦੇ ਮੈਂ ਥੀਮ ਕਰਾਏ ਉਹ ਵੀ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਕਰਿਓ, ਜ਼ਰੂਰ ਕਰਿਓ। ਠੀਕ ਹੈ ਜੀ, ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਨੈਕਸਟ ਹੈਗਾ 11 ਅਪ੍ਰੈਲ ਵਰਲਡ ਪਾਰਕਿੰਸਨ ਡੇ। ਦ ਡੇ ਮਾਰਕਸ ਦਾ ਬਰਥ ਆਫ ਡਾਕਟਰ ਜੇਮਸ ਪਾਰਕਿੰਸਨ, ਹੂ ਵਾਜ਼ ਦਾ ਫਸਟ ਟੂ ਡਿਸਕ੍ਰਾਈਬ ਪਾਰਕਿੰਸਨ ਡਿਸੀਜ਼। ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਤੁਸੀਂ ਪੜ੍ਹਨਾ ਚਾਹੋ ਤਾਂ ਪੜ੍ਹ ਸਕਦੇ ਹੋ। ਨੈਕਸਟ ਇੰਪੋਰਟੈਂਟ ਡੇ ਹੈਗਾ ਆਪਣਾ ਇੰਟਰਨੈਸ਼ਨਲ ਡੇ ਆਫ ਹਿਊਮਨ ਸਪੇਸ ਫਲਾਈਟ। ਇਹ ਤੁਸੀਂ ਯਾਦ ਕਰ ਸਕਦੇ ਹੋ, ਬਹੁਤ ਇੰਪੋਰਟੈਂਟ ਹੈਗਾ। ਇੰਟਰਨੈਸ਼ਨਲ ਡੇ ਆਫ ਹਿਊਮਨ ਸਪੇਸ ਫਲਾਈਟ 12 ਅਪ੍ਰੈਲ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਠੀਕ ਹੈ, ਸੋ ਵਰਲਡ ਔਟਿਜ਼ਮ ਡੇ ਬਹੁਤ ਇੰਪੋਰਟੈਂਟ ਹੈਗਾ। ਉਸ ਤੋਂ ਬਾਅਦ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਵਰਲਡ ਹੈਲਥ ਡੇ, ਅਤੇ ਆਪਣਾ 5 ਅਪ੍ਰੈਲ ਨੂੰ ਨੈਸ਼ਨਲ ਮੈਰਾਟਾਈਮ ਡੇ ਮਨਾਇਆ ਜਾਂਦਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਨੈਸ਼ਨਲ ਮੈਰਾਟਾਈਮ ਡੇ ਕਿੰਨਵਾਂ ਹੈਗਾ? 58 ਹੈਗਾ। ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਨੈਕਸਟ ਹੈਗਾ ਜੋ ਇੰਪੋਰਟੈਂਟ ਆਪਣੇ ਲਈ ਤੁਸੀਂ ਯਾਦ ਕਰ ਸਕਦੇ ਹੋ ਵੀ ਇੰਟਰਨੈਸ਼ਨਲ ਡੇ ਆਫ ਹਿਊਮਨ ਸਪੇਸ। ਇਹਨਾਂ ਜ਼ਿਆਦਾ ਮਤਲਬ ਇਹੀ ਇੰਪੋਰਟੈਂਟ ਹੈਗਾ ਪੂਰੀ ਸਲਾਈਡ ਦੇ ਵਿੱਚੋਂ, ਬਾਕੀ ਤੁਸੀਂ ਮਿਸ ਕਰ ਸਕਦੇ ਹੋ। ਅਗਰ ਕਿਸੇ ਨੂੰ ਲੱਗਦਾ ਵੀ ਹੋਰ ਇੰਪੋਰਟੈਂਟ ਹੈ ਤਾਂ ਜ਼ਰੂਰ ਕਰੋ, ਛੱਡਣਾ ਨਹੀਂ ਹੈ ਮੇਰੇ ਪਿੱਛੇ ਲੱਗ ਕੇ। ਠੀਕ ਹੈ ਜੀ, ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ 13 ਅਪ੍ਰੈਲ 37 ਸਿਆਚਿਨ ਡੇ। ਅੰਡਰ ਆਪਰੇਸ਼ਨ ਮੇਘਦੂਤ ਇੰਡੀਅਨ ਆਰਮੀ ਰੀਗੇਨ ਕੰਟਰੋਲ ਆਫ ਸਿਆਚਿਨ ਗਲੇਸ਼ੀਅਰ ਔਨ 13 ਅਪ੍ਰੈਲ 1984। ਬਹੁਤ ਹੀ ਇੰਪੋਰਟੈਂਟ ਹੈਗਾ। ਹੁਣ ਇਹ ਇੰਪੋਰਟੈਂਟ ਹੈਗਾ। ਠੀਕ ਹੈ, ਜਿਹੜੇ ਡਿਫੈਂਸ ਦੇ ਕਰੰਟ ਅਫੇਅਰ ਆਪਾਂ ਯਾਦ ਰੱਖਣੇ, ਜਿਵੇਂ ਕਿ CRPF ਡੇ ਜਾਂ ਸ਼ੌਰਿਆ ਦਿਵਸ ਹੈਗਾ, ਉਹ ਵੀ ਆਪਾਂ ਨੂੰ ਯਾਦ ਹੋਣਾ ਚਾਹੀਦਾ। ਸਿਆਚਿਨ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੁੰਦਾ? 13 ਅਪ੍ਰੈਲ ਨੂੰ। ਠੀਕ ਹੈ ਜੀ, ਵੈਸੇ 13 ਅਪ੍ਰੈਲ 1984 ਨੂੰ ਜਦੋਂ ਆਪਰੇਸ਼ਨ ਮੇਘਦੂਤ ਦੇ ਅੰਡਰ ਇੰਡੀਅਨ ਆਰਮੀ ਨੇ ਸਿਆਚਿਨ ਉੱਤੇ ਆਪਣਾ ਕੰਟਰੋਲ ਸਾਬਿਤ ਕੀਤਾ ਸੀਗਾ। ਬਹੁਤ ਇੰਪੋਰਟੈਂਟ ਹੈਗਾ। ਬਾਕੀ ਇਹ ਵੀ ਇੰਪੋਰਟੈਂਟ ਹੈਗਾ 14 ਅਪ੍ਰੈਲ ਵੀ ਇੰਪੋਰਟੈਂਟ ਹੈਗਾ। ਡਾਕਟਰ BR ਅੰਬੇਦਕਰ ਦੀ ਬਰਥ ਐਨੀਵਰਸਰੀ ਹੈ, 130th ਬਰਥ ਐਨੀਵਰਸਰੀ। ਸੋ ਇਹ ਜਿਹੀਆਂ ਚੀਜ਼ਾਂ ਪੁੱਛ ਲਈਆਂ ਜਾਂਦੀਆਂ ਹੁੰਦੀਆਂ। ਸੋ ਨੈਕਸਟ ਹੈਗਾ ਹਿਮਾਚਲ ਸਟੇਟਹੁੱਡ ਡੇ। ਸੋ 1 ਨਵੰਬਰ
56 ਨੂੰ ਤਾਂ ਹਿਮਾਚਲ ਜਿਹੜੀ ਯੂਟੀ ਬਣੀ ਸੀਗੀ, ਉਸ ਤੋਂ ਬਾਅਦ ਸਟੇਟਹੁੱਡ ਬਣੀ ਸੀਗੀ 1971 ਪੰਜਾਬ ਤੋਂ ਅੱਡ ਹੋ ਕੇ। ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਇਹ ਚੀਜ਼ ਤਾਂ। ਸੋ ਨੈਕਸਟ ਹੈਗਾ ਵਰਲਡ ਆਰਟ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ, ਇਹ ਵੀ ਇੰਪੋਰਟੈਂਟ ਹੈਗਾ। 15 ਅਪ੍ਰੈਲ ਨੂੰ ਮਨਾਇਆ ਜਾਂਦਾ ਹੁੰਦਾ ਵਰਲਡ ਆਰਟ ਡੇ। ਦ ਫਸਟ ਵਰਲਡ ਆਰਟ ਡੇ ਵਾਜ਼ ਆਫੀਸ਼ੀਅਲੀ ਸੈਲੀਬ੍ਰੇਟਡ ਔਨ 15 ਅਪ੍ਰੈਲ 2012। ਇਹ ਆਪਾਂ ਯਾਦ ਨਹੀਂ ਕਰਨਾ, ਸਿਰਫ ਆਪਾਂ ਨੂੰ ਇੰਨਾ ਹੀ ਪਤਾ ਹੋਣਾ ਚਾਹੀਦਾ ਵੀ ਵਰਲਡ ਆਰਟ ਡੇ ਕਦੋਂ ਮਨਾਇਆ ਜਾਂਦਾ ਜਾਂ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ। 15 ਅਪ੍ਰੈਲ ਨੂੰ ਵਰਲਡ ਆਰਟ ਡੇ ਸੈਲੀਬ੍ਰੇਟ ਕੀਤਾ ਜਾਂਦਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। 14 ਅਪ੍ਰੈਲ ਡਾਕਟਰ BR ਅੰਬੇਦਕਰ ਦੀ ਜਿਹੜੀ ਬਰਥ ਐਨੀਵਰਸਰੀ ਹੁੰਦੀ ਹੈ। ਸਿਆਚਿਨ ਡੇ ਕਦੋਂ ਹੁੰਦਾ ਹੈ? 13 ਅਪ੍ਰੈਲ। ਔਟਿਜ਼ਮ ਡੇ ਕਦੋਂ ਹੁੰਦਾ ਹੈ? 2 ਅਪ੍ਰੈਲ, ਬਹੁਤ ਹੀ ਇੰਪੋਰਟੈਂਟ ਹੈਗਾ, ਠੀਕ ਹੈ ਜੀ। 5 ਅਪ੍ਰੈਲ ਨੂੰ ਕੀ ਹੁੰਦਾ? ਨੈਸ਼ਨਲ ਮੈਰਾਟਾਈਮ ਡੇ। ਸੋ 7 ਅਪ੍ਰੈਲ ਨੂੰ ਕੀ ਹੁੰਦਾ? ਨੈਸ਼ਨਲ ਹੈਲਥ ਡੇ, ਵਰਲਡ ਹੈਲਥ ਡੇ, ਠੀਕ ਹੈ। ਸੋ ਇਹ ਛੋਟੀਆਂ ਗੱਲਾਂ ਤੁਸੀਂ ਯਾਦ ਰੱਖਣੀਆਂ, ਠੀਕ ਹੈ। ਬਾਕੀ ਤੁਹਾਨੂੰ ਨੋਟਸ ਪ੍ਰੋਵਾਈਡ ਕਰ ਦਿੱਤੇ ਜਾਣਗੇ ਵੈਰੀ ਸੂਨ, ਕਿਉਂਕਿ ਪੂਰਾ ਅਪ੍ਰੈਲ ਖਤਮ ਹੋ ਜਾਏ ਮੈਂ ਕਿਹਾ ਇਕੱਠੇ ਪ੍ਰੋਵਾਈਡ ਕਰਾਂਗੇ, ਇਸ ਲਈ ਹੁਣ ਤੱਕ ਨਹੀਂ ਕੀਤੇ। ਬਾਕੀ ਤੁਹਾਨੂੰ ਨੋਟਸ ਬਹੁਤ ਹੀ ਜਲਦੀ ਤੁਹਾਡੇ ਜਿਹੜਾ ਟੈਲੀਗ੍ਰਾਮ ਦੇ ਚੈਨਲ ਹੈਗਾ ਉੱਥੇ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ, ਜੋ ਆਪਣੇ ਲਈ ਜ਼ਰੂਰੀ ਹੈਗਾ। ਨੈਕਸਟ ਹੈਗਾ ਵਰਲਡ ਵੌਇਸ ਡੇ, ਇਹ ਆਪਣੇ ਲਈ ਜ਼ਰੂਰੀ ਨਹੀਂ ਹੈਗਾ। ਉਸ ਤੋਂ ਬਾਅਦ ਜੋ ਇੰਪੋਰਟੈਂਟ ਹੈਗਾ ਇਹਦੇ ਵਿੱਚ ਵਰਲਡ ਕ੍ਰੀਏਟੀਵਿਟੀ ਐਂਡ ਇਨੋਵੇਸ਼ਨ ਡੇ। ਸੋ 21 ਅਪ੍ਰੈਲ ਨੂੰ ਮਨਾਇਆ ਜਾਂਦਾ ਵਰਲਡ ਕ੍ਰੀਏਟੀਵਿਟੀ ਐਂਡ ਇਨੋਵੇਸ਼ਨ ਡੇ। ਬਾਕੀ ਤੁਸੀਂ ਪੜ੍ਹ ਸਕਦੇ ਹੋ 7 ਅਪ੍ਰੈਲ ਨੂੰ 11th ਵਰਲਡ ਸਰਕਸ ਡੇ, 17 ਅਪ੍ਰੈਲ ਨੂੰ ਵਰਲਡ ਹੈਮੋਫੀਲੀਆ ਡੇ ਅਤੇ 18 ਅਪ੍ਰੈਲ ਨੂੰ ਇੰਟਰਨੈਸ਼ਨਲ ਡੇ ਮੋਨੂਮੈਂਟਸ ਐਂਡ ਦਾ ਸਾਈਟ। ਇਹ ਵੀ ਇੰਪੋਰਟੈਂਟ ਹੈਗਾ। 18 ਅਪ੍ਰੈਲ ਵਾਲਾ ਵੀ ਇੰਪੋਰਟੈਂਟ ਹੈਗਾ ਇੰਟਰਨੈਸ਼ਨਲ ਡੇ ਫॉर ਮੋਨੂਮੈਂਟਸ ਐਂਡ ਸਾਈਟਸ, ਜਿਹਦਾ ਹੈਗਾ ਥੀਮ ਕੀ ਹੈਗਾ? ਕੰਪਲੈਕਸ ਪਾਸਟ ਡਿਵਰਸ ਫਿਊਚਰ। ਇਹ ਇੰਪੋਰਟੈਂਟ ਹੈਗਾ। 18 ਅਪ੍ਰੈਲ ਨੂੰ ਤੁਸੀਂ ਪਲੀਜ਼ ਮਾਰਕ ਕਰ ਲੈਣਾ ਇੰਟਰਨੈਸ਼ਨਲ ਡੇ ਫॉर ਮੋਨੂਮੈਂਟਸ ਐਂਡ ਦਾ ਸਾਈਟਸ। ਇਹਦਾ ਥੀਮ ਕੀ ਹੈਗਾ? ਕੰਪਲੈਕਸ ਪਾਸਟ ਡਿਵਰਸ ਫਿਊਚਰ। 18 ਅਪ੍ਰੈਲ ਇੰਟਰਨੈਸ਼ਨਲ ਡੇ ਫॉर ਮੋਨੂਮੈਂਟਸ ਐਂਡ ਸਾਈਟ, ਕੰਪਲੈਕਸ ਪਾਸਟ ਡਿਵਰਸ ਫਿਊਚਰ, ਠੀਕ ਹੈ। 21 ਅਪ੍ਰੈਲ ਹੈਗਾ ਵਰਲਡ ਕ੍ਰੀਏਟੀਵਿਟੀ ਐਂਡ ਦਾ ਇਨੋਵੇਸ਼ਨ ਡੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ, ਜੋ ਆਪਣੇ ਲਈ ਜ਼ਰੂਰੀ ਹੈਗਾ ਹੁਣ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਨੈਸ਼ਨਲ ਸਿਵਲ ਸਰਵਿਸ ਡੇ। ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੁੰਦਾ? 21 ਅਪ੍ਰੈਲ ਨੂੰ। ਇਹ ਕਿਉਂ ਮਨਾਇਆ ਜਾਂਦਾ ਹੁੰਦਾ? ਜਿਹੜੇ ਆਪਣੇ ਸਰਦਾਰ ਵੱਲਭ ਭਾਈ ਪਟੇਲ ਸੀਗੇ, ਉਹਨਾਂ ਦੀ ਬਰਥ ਐਨੀਵਰਸਰੀ ਨੂੰ ਸੈਲੀਬ੍ਰੇਟ ਕਰਨ ਵਾਸਤੇ ਮਨਾਇਆ ਜਾਂਦਾ ਹੁੰਦਾ। ਬਹੁਤ ਹੀ ਇੰਪੋਰਟੈਂਟ ਹੈਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। 21 ਅਪ੍ਰੈਲ ਨੈਸ਼ਨਲ ਸਿਵਲ ਸਰਵਿਸ ਡੇ। ਐਗਜ਼ਾਮ ਪੁਆਇੰਟ ਆਫ ਵੇਖੀਏ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਪਲੀਜ਼ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ, ਠੀਕ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। 4th ਥਰਸਡੇ ਆਫ ਅਪ੍ਰੈਲ ਇੰਟਰਨੈਸ਼ਨਲ ਗਰਲ ਇਨ ICT ਡੇ, ਠੀਕ ਹੈ। ਇਹ ਤੁਸੀਂ ਯਾਦ ਕਰਨਾ ਚਾਹੋ ਤਾਂ ਕਰ ਸਕਦੇ ਹੋ। ਹੁਣ 21 ਅਪ੍ਰੈਲ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੈਗਾ ਇੰਟਰਨੈਸ਼ਨਲ ਮਦਰ ਅਰਥ ਡੇ, ਬਹੁਤ ਹੀ ਇੰਪੋਰਟੈਂਟ ਹੈਗਾ। ਸੋ 21 ਅਪ੍ਰੈਲ ਨੂੰ ਕੀ ਹੈਗਾ? ਇੰਟਰਨੈਸ਼ਨਲ ਮਦਰ ਅਰਥ ਡੇ, ਰਿਸਟੋਰ ਅਵਰ ਅਰਥ ਇਹਦਾ ਥੀਮ ਹੈਗਾ। ਸੋ ਪਲੀਜ਼ ਇਹਨੂੰ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਕੀ ਹੈਗਾ ਥੀਮ? ਰਿਸਟੋਰ ਅਵਰ ਅਰਥ। 51 ਇੰਟਰਨੈਸ਼ਨਲ ਮਦਰ ਡੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਵਾਰ-ਵਾਰ ਰਿਪੀਟ ਕਰੀ ਜਾਣਾ ਹੈ। ਔਟਿਜ਼ਮ ਡੇ ਕਦੋਂ ਹੈਗਾ? ਨੈਸ਼ਨਲ ਮੈਰਾਟਾਈਮ ਡੇ ਕਦੋਂ ਹੈਗਾ? ਇਹ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੈਲੋ, ਨੈਕਸਟ ਕੁਐਸਚਨ ਹੈਗਾ ਨੈਸ਼ਨਲ ਪੰਚਾਇਤੀ ਰਾਜ ਡੇ 24 ਅਪ੍ਰੈਲ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਬਹੁਤ ਹੀ ਜ਼ਿਆਦਾ। ਪੰਚਾਇਤੀ ਰਾਜ ਸਿਸਟਮ ਵਾਜ਼ ਫਸਟ ਅਡੋਪਟਡ ਇਨ ਨਾਗਪੁਰ ਡਿਸਟ੍ਰਿਕਟ ਰਾਜਸਥਾਨ, ਨਗੌਰ ਡਿਸਟ੍ਰਿਕਟ ਰਾਜਸਥਾਨ ਇਨ 1959। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਪਹਿਲੀ ਕਿਹੜੀ ਸਟੇਟ ਸੀਗੀ ਜਿਹਨੇ ਪੰਚਾਇਤੀ ਰਾਜ ਸਿਸਟਮ ਨੂੰ ਅਡੋਪਟ ਕੀਤਾ। 24 ਅਪ੍ਰੈਲ ਨੂੰ ਪੰਚਾਇਤੀ ਰਾਜ ਡੇ ਦੇ ਵੱਲੋਂ ਸੈਲੀਬ੍ਰੇਟ ਕੀਤਾ ਜਾਂਦਾ, ਬਹੁਤ ਇੰਪੋਰਟੈਂਟ ਹੈਗਾ। ਨੈਕਸਟ ਹੈਗਾ ਵਰਲਡ ਮਲੇਰੀਆ ਡੇ, ਜੋ ਇੰਪੋਰਟੈਂਟ ਹੈਗਾ। ਵਰਲਡ ਮਲੇਰੀਆ ਡੇ ਦਾ ਥੀਮ ਕੀ ਹੈਗਾ? 25 ਅਪ੍ਰੈਲ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਜਾਂ ਅਬਜ਼ਰਵ ਕੀਤਾ ਜਾਂਦਾ ਹੈ। ਰੀਚਿੰਗ ਦਾ ਜ਼ੀਰੋ ਮਲੇਰੀਆ ਟਾਰਗੇਟ, ਇਹ ਹੈਗਾ 25 ਅਪ੍ਰੈਲ ਵਰਲਡ ਮਲੇਰੀਆ ਡੇ, ਰੀਚਿੰਗ ਦੀ ਜ਼ੀਰੋ ਮਲੇਰੀਆ ਟਾਰਗੇਟ, ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਨੈਕਸਟ ਹੈਗਾ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਡੇ। ਇਹ ਅਬਜ਼ਰਵ ਕੀਤਾ ਜਾਂਦਾ ਹੁੰਦਾ 26 ਅਪ੍ਰੈਲ ਨੂੰ, ਅਤੇ ਇਹਦਾ ਥੀਮ ਕੀ ਹੈਗਾ? ਟੇਕਿੰਗ ਯੂਅਰ ਆਈਡੀਆਜ਼ ਟੂ ਮਾਰਕੀਟ, ਬਹੁਤ ਹੀ ਇੰਪੋਰਟੈਂਟ ਹੈਗਾ। ਮੇਜਰ ਥੀਮ ਜੇ ਆਪਾਂ ਯਾਦ ਕਰੀਏ ਤਾਂ ਵੈਸੇ ਪੂਰਾ ਹੈਗਾ IP ਐਂਡ ਸਮੋਲ ਐਂਡ ਮੀਡੀਅਮ ਸਾਈਜ਼ ਇੰਟਰਪ੍ਰਾਈਜ਼ਿਸ ਟੇਕਿੰਗ ਯੂਅਰ ਆਈਡੀਆਜ਼ ਟੂ ਮਾਰਕੀਟ। ਬਾਕੀ ਤੁਸੀਂ ਯਾਦ ਕਰਨਾ ਹੈ ਤਾਂ ਟੇਕਿੰਗ ਯੂਅਰ ਆਈਡੀਆਜ਼ ਟੂ ਮਾਰਕੀਟ, ਇਹ ਤੁਸੀਂ ਡਾਇਰੈਕਟਲੀ ਯਾਦ ਕਰ ਸਕਦੇ ਹੋ, ਠੀਕ ਹੈ ਜੀ। ਸੋ ਨੈਕਸਟ ਇੰਪੋਰਟੈਂਟ ਹੈ ਨਹੀਂਗਾ 26 ਅਪ੍ਰੈਲ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਡੇ, ਠੀਕ ਹੈ ਜੀ। ਵਰਲਡ ਮਲੇਰੀਆ ਡੇ ਕਦੋਂ ਹੁੰਦਾ? 25 ਅਪ੍ਰੈਲ। 24 ਅਪ੍ਰੈਲ ਨੂੰ ਕੀ ਹੁੰਦਾ? ਨੈਸ਼ਨਲ ਪੰਚਾਇਤੀ ਰਾਜ ਡੇ, ਠੀਕ ਹੈ ਜੀ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਸੋ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਰਾਈਟ 26 ਅਪ੍ਰੈਲ।
वर्ल्ड मलेरिया डे 25 अप्रैल, नैशनल पंचायती राज डे 24 अप्रैल। ठीक है, बहुत इंपॉर्टेंट है, ਤੁਹਾਨੂੰ ਸਾਰਿਆਂ ਨੂੰ याद होना चाहिए, क्योंकि एक ना एक डे जरूर होना। अगर थोड़ा एक लैक्चर आप पूरे मंथ के आप डेज़ ते थीम्स ते अपॉइंटमेंट्स का ला लीए तो वो कोई हर्ज नहीं गा। ठीक है जी, क्योंकि थोड़ा एक मार्क या कह सकते 2 ਤੋਂ 3 मार्क्स पक्के हो जाएंगे किसी भी एग्जाम के। अगर 2-3 मार्क्स हो रहे थोड़े मतलब 3% सिलेबस कवर हो गया पूरे एग्जाम का। वेख्या जाए तो 100 मार्क्स में अगर आप काउंट करिए तो 3% थोड़ा सिलेबस सिर्फ इन्होंने चीज़ों चो हो गया। ਤੁਸੀਂ ਲੈਣੇ ਮਾਰਕਸ ਹੈਗੇ ਆ ਆਲਮੋਸਟ 75%। ਠੀਕ ਹੈ ਜੀ, ਸੋ ਆਪਾਂ 3% ਇਹਦੇ ਚੋਂ ਕਰੀਏ ਆਪਾਂ ਕਵਰ। ਠੀਕ ਹੈ ਜੀ, ਬਾਕੀ ਆਪਣੇ ਕੋਲ 72 ਬਚ ਜਾਂਦੇ। ਐਵੇਂ ਆਪਾਂ ਛੋਟੀਆਂ ਚੀਜ਼ਾਂ ਕਰਕੇ ਆਪਾਂ ਬਾਕੀ 72 ਵੀ ਕਰ ਸਕਦੇ ਹਾਂ। ਮੇਨ ਗੱਲ ਇਹ ਹੈਗੀ ਆਪਾਂ ਨੂੰ ਇੱਦਾਂ ਹੀ ਕਰਨਾ ਪੈਣਾ, ਛੋਟੇ ਪਾਰਟਸ ਦੇ ਵਿੱਚ ਸਿਲੇਬਸ ਨੂੰ ਡਿਵਾਈਡ ਕਰਕੇ ਵੀ ਹਾਂ ਇੱਥੋਂ ਨੰਬਰ ਬਣ ਜਾਓ, ਇੱਥੋਂ ਨੰਬਰ ਬਣ ਜਾਓ, ਉੱਥੋਂ ਹੀ ਬਣਨੇ ਆ। ਠੀਕ ਹੈ, ਸੋ ਇੱਦਾਂ ਆਪਾਂ ਇਗਨੋਰ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਨੂੰ। ਸੋ बार बार रिपीट करना है तो याद करना है। नेशनल मैराटाइम डे 5 अप्रैल, वर्ल्ड ऑटिज़म डे 2 अप्रैल। ठीक है, सो इस तरह चीज़ा थोड़ा याद हो। 7 अप्रैल होंगे वर्ल्ड हैल्थ डे। ठीक है, तो बाकी तुसी 24 अप्रैल होंगे अपना नैशनल पंचायती राज डे, 21 अप्रैल नैशनल सिविल सर्विस डे। सो होपफुली थोड़ा चीज़ा याद हो गया होंगे हुण तक। सो आप नैक्सट मूव करते हैं। नैक्सट है जो इंपॉर्टेंट है इंटरनेशनल डांस डे 29 अप्रैल। आयुष्मान भारत दिवस तुसी याद रखना है, एग्ज़ाम पॉइंट ऑफ व्यू तो बहुत ही ज़्यादा जरूरी है। आयुष्मान भारत दिवस 30 अप्रैल, आयुष्मान भारत दिवस 30 अप्रैल बहुत ही इंपॉर्टेंट है। आयुष्मान भारत दिवस 30 अप्रैल बहुत ही एग्ज़ाम पॉइंट ऑफ व्यू तो वेख्या जाए तो इंपॉर्टेंट है। नैक्सट है जो इंपॉर्टेंट है नहीं कहते चो कोई भी, तुसी सिर्फ आयुष्मान भारत दिवस नूं प्रॉपरली याद करना है। ठीक है, तो ਇਹਦਾ ਤੁਹਾਨੂੰ पता ही होगा जिस दिन लॉन्च होया ਤਾਂ करके 30 अप्रैल ਨੂੰ आयुष्मान भारत दिवस मनाया जाता ਹੁੰਦਾ। सो ਆਪਾਂ नैक्सट मूव करते हैं। नैक्सट क्वेश्चन है विच सिटी विल होस्ट द फर्स्ट यूनाइटेड नेशन फूड सिस्टम समिट विच विल हेल्ड इन September 2021। सो यूनाइटेड नेशन फूड सिस्टम समिट कितने होना है? न्यूयॉर्क USA ਦੇ ਵਿੱਚ। ਇਹ ਤੁਹਾਨੂੰ याद होना चाहिए। दूजी जो मोस्ट इंपॉर्टेंट गल ਤੁਹਾਨੂੰ याद होना चाहिए है वो हैगी है भी ये फर्स्ट एडिशन है। कई बार आप कन्फ्यूज़ हो जाते हैं भी फर्स्ट है सैकेंड है, आपको इदा ही पूछ लिया जाता होंगे भी यूनाइटेड नेशन फूड सिस्टम समिट का किन्नवा एडिशन सीगा। आप कहना फर्स्ट सिस्टम सीगा, और सॉरी फर्स्ट एडिशन सीगा जिहड़ा कि किते होया न्यूयॉर्क USA ਦੇ ਵਿੱਚ ਹੋਇਆ। बहुत ही वधिया क्वेश्चन है। ठीक है, नैक्सट है विच स्पेस ऑर्गेनाइजेशन इज़ प्लैनिंग टू लैंड फर्स्ट वुमन ऑन द सरफेस ऑफ मून बाय 2024 इन इट्स आर्टेमिस स्पेस मिशन। सो नासा ने एक लॉन्च किया आर्टेमिस स्पेस मिशन जिथे कि वुमन नू स्पेस ते लॉन्च मतलब मून ते पहली बारी कदम रखणगे। बहुत ही इंपॉर्टेंट है। फर्स्ट वुमन ऑन द सरफेस ऑफ मून बाय 2024 इन आर्टेमिस स्पेस मिशन। पहली गल तो यही इंपॉर्टेंट हैगी है भी आर्टेमिस स्पेस मिशन किहड़ी ऑर्गेनाइजेशन का है। ठीक है, तो आप कहांगे नासा का है। तो फिर आपां नूं पुछ लिया जा सकता है भी 21 वास्ते है, तो ये आप कह देंगे भी मून ते वुमन नूं भेजण वास्ते है नासा का ये प्रोजैक्ट। बहुत ही इंपॉर्टेंट है, नासा का है आर्टेमिस मिशन। नैक्सट क्वेश्चन पर मूव करते हैं। नैक्सट है विच इज़ द फर्स्ट कंट्री इन द वर्ल्ड टू इंट्रोड्यूस ए क्लाइमेट चेंज लॉ फॉर रेगुलेटिंग फाइनैंशियल सैक्टर। सो फाइनैंशियल सैक्टर को रेगुलेट करने वास्ते एक लॉ बनाया जा रहा है, तो वो किहड़ी कंट्री ने बनाया है? तो आप कहांगे न्यूजीलैंड ने बनाया। बहुत ही ज़्यादा इंपॉर्टेंट है। सो अपना नैक्सट क्वेश्चन है हु वाज द रिकॉग्नाइज्ड एज द क्रिकेटर ऑफ द डेकेड फॉर द 2020s इन द लिस्टिंग ऑफ विजडन क्रिकेटर एल्मनक। ये थोड़ा पता होना चाहिए। विराट कोहली को अवार्ड दिता गया। विच इज़ द फर्स्ट कंट्री टू वर्ल्ड टू इंट्रोड्यूस ए क्लाइमेट चेंज लॉ फॉर रेगुलेटिंग फाइनैंशियल सैक्टर? न्यूजीलैंड। सो आप नेक्स्ट क्वेश्चन पर मूव करते हैं। सो नेक्स्ट है हु वॉन द 2021 नेल्सन मंडेला वर्ल्ड ह्यूमैनिटेरियन अवार्ड? ये मिले है रोमाना सिन्हा सहगल। बहुत ही ज़्यादा इंपॉर्टेंट है। नेल्सन मंडेला वर्ल्ड ह्यूमैनिटेरियन अवार्ड किनू मिले है? रोमाना सिन्हा सहगल। हु रिसेंटली बिकेम द फर्स्ट वुमन चेयरपर्सन ऑफ नासकॉम? सो बहुत ही इंपॉर्टेंट है रेखा मैनन। रेखा मैनन फर्स्ट वुमन हैगी जी नासकॉम की चेयरपर्सन बनी हैगी है। ठीक है, सो नैक्सट है अपना
Which country is planning to land its first Mars rover Zhurong on the surface of Mars by May 2021? ਇਹਦਾ ਆਨਸਰ ਹੈਗਾ ਚਾਈਨਾ। ਬਹੁਤ ਇੰਪੋਰਟੈਂਟ ਹੈਗਾ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣੇ ਚਾਹੀਦੇ ਜਿੰਨੇ ਵੀ ਆਪਾਂ ਕੁਐਸਚਨ ਕੀਤੇ ਆ। ਇਹਨਾਂ ਦੀ ਡਿਟੇਲ ਦੀ ਇੰਨੀ ਲੋੜ ਨਹੀਂ ਹੈਗੀ ਸੀਗੀ, ਤਾਂ ਤੁਹਾਨੂੰ ਕਰਾਈ ਹੈ ਨਾ ਤੇਜ਼ੀ ਦੇ ਨਾਲ। ਜੋ ਚੀਜ਼ਾਂ ਡਿਟੇਲ ਦੇ ਵਿੱਚ ਚਾਹੀਦੀਆਂ ਸੀ ਉਹ ਤੁਹਾਨੂੰ ਮੈਂ ਸਾਰੀਆਂ ਕਰਵਾਤੀਆਂ। Who announced to achieve its global immunization strategy by of vaccinating 90% world child population? ਬਹੁਤ ਇੰਪੋਰਟੈਂਟ ਹੈਗਾ। 2030 ਦੇ ਦੌਰਾਨ ਜਿਹੜੀ WHO ਨੇ ਸਾਰਿਆਂ ਨੂੰ ਇਮਿਊਨਾਈਜ਼ ਕਰ ਦੇਣਾ। ਜਿਹੜੇ ਆਪਣੇ ਇੰਜੈਕਸ਼ਨ ਹੁੰਦੇ ਆ, ਜਿਹੜੇ ਛੋਟੇ ਬੱਚਿਆਂ ਨੂੰ ਲਾਏ ਜਾਂਦੇ ਹੁੰਦੇ ਆ, ਕਿ ਜਿਵੇਂ ਕਿ ਵੂਪਿੰਗ ਕਫ ਦਾ ਇੰਜੈਕਸ਼ਨ ਜਾਂ ਕਹਿ ਸਕਦੇ ਆ ਪੋਲੀਓ ਦਾ ਇੰਜੈਕਸ਼ਨ। ਸੋ ਜਿਹੜੇ ਵੀ ਇਮਿਊਨਿਟੀ ਬੂਸਟਰਸ ਹੈਗੇ ਆ ਉਹਨਾਂ ਨੂੰ ਵਧਾਉਣ ਵਾਸਤੇ 2030 ਤੱਕ 90% ਜਿਹੜੀ ਹੈਗੀ ਹੈ ਵਰਲਡ ਦੀ ਮਤਲਬ ਪਾਪੂਲੇਸ਼ਨ ਹੈਗੀ ਬੱਚਿਆਂ ਦੀ, ਉਹਨੂੰ ਸਾਰਿਆਂ ਨੂੰ ਕਵਰ ਕਰ ਲਿੱਤਾ ਜਾਊਗਾ। ਠੀਕ ਹੈ ਜੀ। ਸੋ ਆਪਣਾ ਨੈਕਸਟ ਕੁਐਸਚਨ ਹੈਗਾ, ਸੋ ਨੈਕਸਟ ਹੈਗਾ ਵਿਚ ਇੰਸਟੀਟਿਊਸ਼ਨ ਰਿਲੀਜ਼ ਦ ਐਨੂਅਲ ਫਲੈਗਸ਼ਿਪ ਰਿਪੋਰਟ ਵਰਲਡ ਇਕੋਨਮਿਕ ਆਊਟਲੁੱਕ? ਵਰਲਡ ਇਕੋਨਮਿਕ ਆਊਟਲੁੱਕ ਕਿਹੜਾ ਇੰਸਟੀਟਿਊਸ਼ਨ ਪਬਲਿਸ਼ ਕਰਦਾ? ਇੰਟਰਨੈਸ਼ਨਲ ਮੋਨੀਟਰੀ ਫੰਡ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਐਗਜ਼ਾਮ ਪੁਆਇੰਟ ਆਫ ਵਿਊ ਤੁਹਾਨੂੰ ਪਤਾ ਹੀ ਹੈਗਾ, ਜਿਹੜਾ ਮੋਨੀਟਰੀ ਫੰਡ ਹੈਗਾ 1944 ਦੇ ਵਿੱਚ ਇਸਟੈਬਲਿਸ਼ ਹੋਇਆ ਸੀਗਾ, 1946 ਦੇ ਵਿੱਚ ਇਸਟੈਬਲਿਸ਼ ਹੋਇਆ ਸੀਗਾ ਬ੍ਰਿਟਨ ਵੁੱਡ ਕਾਨਫਰੰਸ ਦੇ ਦੌਰਾਨ, ਅਤੇ ਇਹਦੇ ਹੈੱਡਕੁਆਟਰ ਹੈਗੇ ਵਾਸ਼ਿੰਗਟਨ DC ਦੇ ਵਿੱਚ। ਵਰਲਡ ਬੈਂਕ ਦੇ ਵੀ ਹੈੱਡਕੁਆਟਰ ਹੈਗੇ ਆ ਵਾਸ਼ਿੰਗਟਨ DC ਦੇ ਵਿੱਚ। ਹੁਣ ਮੈਂ ਤੁਹਾਨੂੰ ਪ੍ਰੀਵੀਅਸ ਲੈਕਚਰ ਦੇ ਵਿੱਚ ਜਿਹੜੇ ਇਹਨਾਂ ਦੇ ਹੈੱਡ ਹੈਗੇ ਆ ਉੱਥੋਂ ਦੱਸੇ ਸੀਗੇ, ਕ੍ਰਿਸਟਾਨਾ ਜੋਰਜੀਆਵਾ। ਠੀਕ ਹੈ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਅਤੇ ਚੀਫ ਇਕੋਨਮਿਸਟ ਕੌਣ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਮੈਂ ਦੱਸੇ ਸੀਗੇ ਪ੍ਰੀਵੀਅਸ ਲੈਕਚਰ ਦੇ ਵਿੱਚ। ਜਿਹਨੇ ਨਹੀਂ ਵੇਖਿਆ ਪ੍ਰੀਵੀਅਸ ਲੈਕਚਰ ਜਾ ਕੇ ਜ਼ਰੂਰ ਵੇਖੋ, ਅਤੇ ਆਪਣੇ ਜਿਹਨੂੰ ਪਤਾ ਹੈਗਾ ਆਨਸਰ ਦਾ ਉਹਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸੋ। ਠੀਕ ਹੈ। ਵੇਅਰ ਇਜ਼ ਦਾ ਇੰਡੀਅਨ ਇੰਸਟੀਟਿਊਟ ਸਪੇਸ ਸਾਇੰਸ ਐਂਡ ਦਾ ਟੈਕਨੋਲੋਜੀ IST ਕਿੱਥੇ ਲੋਕੇਟਿਡ ਹੈਗਾ? ਕੇਰਲਾ ਦੇ ਵਿੱਚ ਲੋਕੇਟਿਡ ਹੈਗਾ। ਅਜੇ ਵੀ ਆਪਾਂ ਨੂੰ ਕੁਐਸਚਨ ਪੁੱਛਦੇ ਜਾਂਦੇ ਹੈ, ਜਿਵੇਂ ਕਿ ਨੀਰੀ ਕਿੱਥੇ ਲੋਕੇਟਿਡ ਹੈਗਾ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਲਗਭਗ ਪਤਾ ਹੀ ਹੋਊਗਾ ਨੀਰੀ ਕਿੱਥੇ ਲੋਕੇਟਿਡ ਹੈਗਾ, ਅਤੇ IST ਕਿੱਥੇ ਲੋਕੇਟਿਡ ਹੈਗਾ? ਕੇਰਲਾ ਦੇ ਵਿੱਚ ਹੈਗਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਡੈਸ਼ ਸਕਸੈਸਫੁਲੀ ਕੰਡਕਟਿਡ ਦਾ ਮੈਡਨ ਟਰਾਇਲ ਆਫ ਦਾ ਸ਼ੋਰਟ ਰੇਂਜ ਏਅਰ ਟੂ ਏਅਰ ਮਿਸਾਈਲ ਪਾਈਥਨ 5 ਐਟ ਵਿਚ ਪਲੇਸ? ਠੀਕ ਹੈ। ਸੋ DRDO ਨੇ ਟਰਾਇਲ ਮਤਲਬ ਕੰਡਕਟ ਕੀਤਾ ਹੈਗਾ ਪਾਈਥਨ ਮਿਸਾਈਲ ਦਾ, ਜਿਹੜਾ ਕਿ ਗੋਆ ਦੇ ਵਿੱਚ ਕੰਡਕਟ ਹੋਇਆ। ਤੁਹਾਨੂੰ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਪਿੱਛੇ ਕੁਐਸਚਨ ਪਾਇਆ ਹੈਗਾ, ਨਾ ਗੋਆ ਇੰਪੋਰਟੈਂਟ ਹੈਗਾ, DRDO ਇੰਪੋਰਟੈਂਟ ਹੈਗਾ, ਤੁਹਾਨੂੰ ਇਹ ਸਭ ਤੋਂ ਇੰਪੋਰਟੈਂਟ ਹੈਗੀ ਜਿਹੜੀ ਪਾਈਥਨ 5 ਹੈਗੀ ਇੰਡੀਆ ਦੀ ਮਿਸਾਈਲ ਹੈਗੀ ਹੈ, ਕਿ ਨਾ ਕਿ ਫੋਰਨ ਕੰਟਰੀ ਦੀ ਹੈਗੀ ਹੈ। ਠੀਕ ਹੈ, ਅਤੇ DRDO ਨੇ ਬਿਲਡ ਕੀਤੀ ਹੈ। ਸਭ ਤੋਂ ਇੰਪੋਰਟੈਂਟ ਨੈਕਸਟ ਗੱਲ ਹੈਗੀ ਹੈ ਵੀ ਏਅਰ ਟੂ ਏਅਰ ਮਿਸਾਈਲ ਹੈਗੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸਰਫੇਸ ਟੂ ਏਅਰ ਨਹੀਂ ਹੈਗੀ, ਏਅਰ ਟੂ ਏਅਰ ਹੀ ਮਿਸਾਈਲ ਹੈਗੀ ਹੈ। ਸੋ ਆਪਣਾ ਨੈਕਸਟ ਹੈਗਾ ਦੀਕਸ਼ਾ ਵੈਬ ਪੋਰਟਲ ਇਜ਼ ਐਸੋਸੀਏਟਿਡ ਵਿਦ ਵਿਚ ਯੂਨੀਅਨ ਮਿਨਿਸਟਰੀ? ਸੋ ਦੀਕਸ਼ਾ ਵੈਬ ਪੋਰਟਲ ਹੈਗਾ ਉਹ ਕਿਹੜੀ ਮਿਨਿਸਟਰੀ ਦੇ ਅੰਡਰ ਹੈਗਾ? ਮਿਨਿਸਟਰੀ ਆਫ ਐਜੂਕੇਸ਼ਨ ਦੇ। ਇਹ ਟੀਚਰ ਦੀ ਪਰਫੋਰਮੈਂਸ ਅਤੇ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਦੀ ਪਰਫੋਰਮੈਂਸ ਨੂੰ ਐਨਹਾਂਸ ਕਰਨ ਵਾਸਤੇ ਹੈਗਾ ਦੀਕਸ਼ਾ ਪੋਰਟਲ, ਮਿਨਿਸਟਰੀ ਆਫ ਐਜੂਕੇਸ਼ਨ। ਸੋ ਨੈਕਸਟ ਹੈਗਾ ਹੀਲ ਕੋਵਿਡ ਵਿਚ ਵਾਜ਼ ਮੇਕਿੰਗ ਨਿਊਜ਼ ਰਿਸੈਂਟਲੀ ਇਜ਼ ਏ ਨੇਸ਼ਨ ਵਾਈਡ ਟਰਾਇਲ ਟੂ ਬੀ ਇੰਪਲੀਮੈਂਟ ਇਨ ਵਿਚ ਕੰਟਰੀ? ਸੋ UK ਨੇ ਲਾਂਚ ਕੀਤਾ। ਇਹਦੇ ਵਿੱਚ ਕੀ ਹੈਗਾ ਵੀ ਜਿਹੜੇ ਕੋਵਿਡ ਦੇ ਪੇਸ਼ੈਂਟ ਐਕਸਟ੍ਰੀਮਲੀ ਸਿੱਖ ਹੈਗੇ ਆ ਜਾਂ ਰਿਕਵਰ ਨਹੀਂ ਕਰ ਪਾ ਰਹੇ, ਉਹਨਾਂ ਲਈ ਡਿਫਰੈਂਟ ਮੈਡੀਸਿਨ ਟਰਾਈ ਕੀਤੀਆਂ ਜਾਣਗੀਆਂ, ਸੋ ਜਲਦੀ ਡਿਸਚਾਰਜ ਹੋ ਜਾਣ, ਜਲਦੀ ਸਹੀ ਹੋ ਜਾਣ। ਠੀਕ ਹੈ, ਇਹ UK ਦੇ ਵਿੱਚ ਲਾਂਚ ਕੀਤਾ ਗਿਆ। ਨੈਕਸਟ ਹੈਗਾ ਵਿਚ ਕੰਟਰੀ ਹੈਜ਼ ਲਾਂਚ ਦਾ ਟਰਾਈਬਲ TB ਇਨੀਸ਼ੀਏਟਿਵ? ਟਰਾਈਬਲ ਏਰੀਆ ਦੇ ਵਿੱਚ TB ਨੂੰ ਘਟਾਉਣ ਵਾਸਤੇ, ਇਰੈਡੀਕੇਟ ਕਰਨ ਵਾਸਤੇ ਇੰਡੀਅਨ ਗੌਰਮੈਂਟ ਨੇ ਇੱਕ ਇਨੀਸ਼ੀਏਟਿਵ ਚਲਾਇਆ ਜਿਹਦਾ ਨਾਮ ਹੈਗਾ ਟਰਾਈਬਲ TB ਇਨੀਸ਼ੀਏਟਿਵ। TB ਇੱਕ ਬੈਕਟੀਰੀਅਲ ਡਿਜ਼ੀਜ਼ ਹੈਗੀ, ਇਹ ਵੀ ਤੁਸੀਂ ਯਾਦ ਰੱਖਣਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਨੈਕਸਟ 'ਤੇ ਆਪਾਂ ਮੂਵ ਕਰਦੇ ਹਾਂ। ਨੈਕਸਟ ਹੈਗਾ ਵੇਅਰ ਇਜ਼ ਦਾ ਇੰਡੋ ਸਾਊਥ ਕੋਰੀਅਨ ਫਰੈਂਡਸ਼ਿਪ ਪਾਰਕ ਕੰਸਟਰਕਟਿਡ? ਸੋ ਇੰਡੋ ਸਾਊਥ ਕੋਰੀਅਨ ਫਰੈਂਡਸ਼ਿਪ ਪਾਰਕ ਕਿੱਥੇ ਕੰਸਟਰਕਟ ਹੋਇਆ? ਨਿਊ ਦਿੱਲੀ ਦੇ ਵਿੱਚ ਕੰਸਟਰਕਟ ਹੋਇਆ, ਬਹੁਤ ਹੀ ਇੰਪੋਰਟੈਂਟ ਹੈਗਾ। ਇਨ ਵਿਚ ਕੰਟਰੀਜ਼ ਦਾ ਬੰਗਲਾਦੇਸ਼ ਬੰਗਾ ਬੰਧੂ ਬਾਪੂ ਮਿਊਜ਼ੀਅਮ ਲੋਕੇਟਿਡ? ਹੁਣ ਰਿਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਸੋ ਕਿੱਥੇ ਇਸਟੈਬਲਿਸ਼ ਹੈਗਾ? ਬੰਗਲਾਦੇਸ਼ ਦੇ ਵਿੱਚ ਇਸਟੈਬਲਿਸ਼ ਹੈਗਾ। ਸੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੱਸੋ ਬੰਗਲਾਦੇਸ਼ ਦੇ ਨਾਲ ਆਪਾਂ ਮਿਲ ਕੇ ਕਿਹੜੀ ਮਿਲਟਰੀ ਐਕਸਰਸਾਈਜ਼ ਕੰਡਕਟ ਕਰਦੇ ਹਾਂ, ਬਹੁਤ ਇੰਪੋਰਟੈਂਟ ਹੈ। ਨੈਕਸਟ ਆਪਾਂ ਮੂਵ ਕਰਦੇ ਹਾਂ। ਨੈਕਸਟ ਹੈਗਾ ਵਿਚ ਕੰਟਰੀ ਹੈਜ਼ ਕ੍ਰੀਏਟਿਡ ਏ ਵਰਲਡ ਰਿਕਾਰਡ ਫॉर ਫਾਸਟੈਸਟ ਰੋਡ ਕੰਸਟਰਕਸ਼ਨ? ਕਿਹੜੀ ਕੰਟਰੀ ਹੈ ਜੀ ਹੈਗੀ ਹੈ ਵੀ ਉਹਨੇ ਸਭ ਤੋਂ ਤੇਜ਼ੀ ਨਾਲ ਰੋਡਸ ਬਣਾਈਆਂ ਹੈਗੀਆਂ, ਤਾਂ ਉਹਦਾ ਆਨਸਰ ਹੈਗਾ ਇੰਡੀਆ। ਯੂਜ਼ਲੀ ਆਪਾਂ ਗਲਤ ਵੀ ਲਾ ਸਕਦੇ ਹਾਂ ਕਿਉਂਕਿ ਆਪਾਂ ਨੂੰ ਐਕਸਪੈਕਟ ਨਹੀਂ ਹੁੰਦਾ ਕਿ ਇੰਡੀਆ ਆਨਸਰ ਹੋਊਗਾ, ਪਰ ਇਹਦਾ ਇੰਡੀਆ ਆਨਸਰ ਹੈਗਾ। ਸੋ ਵਰਲਡ ਰਿਕਾਰਡ ਬਣਾਇਆ ਇੰਡੀਆ ਨੇ ਵੀ ਫਾਸਟੈਸਟ ਰੋਡ ਬਿਲਡ ਕੀਤੇ ਇੰਡੀਆ ਨੇ। ਠੀਕ ਹੈ। ਸੋ ਇਨ ਵਿਚ ਸਟੇਟ ਇਜ਼ ਦਾ ਇੰਡੀਆ ਲਾਰਜੈਸਟ ਫਲੋਟਿੰਗ ਸੋਲਰ ਪਾਵਰ ਪਲਾਂਟ ਇਜ਼ ਪ੍ਰਪੋਜ਼ ਟੂ ਬੀ ਸੈਟ ਅਪ? ਸੋ ਕਿੱਥੇ ਪੂਰੇ ਮਤਲਬ ਇੰਡੀਆ ਦੇ ਵਿੱਚ ਫਸਟ ਲਾਰਜੈਸਟ ਫਲੋਟਿੰਗ ਸੋਲਰ ਪਾਵਰ ਪਲਾਂਟ ਬਣਾਇਆ ਜਾਊਗਾ? ਤਾਂ ਆਪਣਾ ਆਨਸਰ ਹੈ ਤੇਲੰਗਾਨਾ ਦੇ ਵਿੱਚ। ਇਹ ਪ੍ਰਪੋਜ਼ਡ ਹੈ, ਹਜੇ ਤੱਕ ਬਣਿਆ ਨਹੀਂ ਹੈ। ਬਹੁਤ ਹੀ ਇੰਪੋਰਟੈਂਟ ਹੈਗਾ, ਅਤੇ ਤੁਸੀਂ ਯਾਦ ਰੱਖਣਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੈਗਾ।
ਵਰਲਡ ਇੰਡੀਆਜ਼ ਲਾਰਜੈਸਟ ਹੈ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਵਰਲਡ ਲਾਰਜੈਸਟ ਨਹੀਂ ਤੁਸੀਂ ਗਿਣਨਾ ਇਸ ਚੀਜ਼ ਨੂੰ। ਇੰਡੀਆ ਦਾ ਲਾਰਜੈਸਟ ਫਲੋਟਿੰਗ ਸੋਲਰ ਪਾਵਰ ਕਿੱਥੇ ਪ੍ਰਪੋਜ਼ ਹੋਇਆ? ਤੇਲੰਗਾਨਾ ਦੇ ਵਿੱਚ। ਨੈਕਸਟ ਮੂਵ ਕਰਦੇ ਹਾਂ ਆਪਾਂ। ਨੈਕਸਟ ਹੈਗੇ ਆ ਕੁਛ ਅਪਾਇੰਟਮੈਂਟਸ ਹੈਗੀਆਂ ਜੋ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗੀਆਂ। ਸੋ ਜੋ ਇੰਪੋਰਟੈਂਟ ਹੈਗੇ ਆਪਾਂ ਉਹ ਪੜ੍ਹਾਂਗੇ, ਬਾਕੀ ਤੁਸੀਂ ਹੋਰ ਐਕਸਟਰਾ ਕਰਨਾ ਚਾਹੋ ਤਾਂ ਕਰ ਸਕਦੇ ਹੋ। ਜਿਹੜਾ ਸੁਭਾਸ਼ ਕੁਮਾਰ ਹੈਗੇ ਆ ਉਹਨਾਂ ਨੂੰ MD ਬਣਾਇਆ ਗਿਆ, ਚੇਅਰਮੈਨ ਅਤੇ MD ਬਣਾਇਆ ਗਿਆ ONGC ਦਾ। ਤੁਸੀਂ ਯਾਦ ਰੱਖਣਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ। ਨੈਕਸਟ ਹੈਗਾ ਮਲਿਕਾ ਸ਼੍ਰੀਨਿਵਾਸਨ, ਇਹਨਾਂ ਨੂੰ ਅਪੋਇੰਟ ਕੀਤਾ ਗਿਆ ਚੇਅਰਪਰਸਨ ਆਫ ਪਬਲਿਕ ਐਂਟਰਪ੍ਰਾਈਜ਼ਿਸ ਸਿਲੈਕਸ਼ਨ ਬੋਰਡ, ਬਹੁਤ ਹੀ ਇੰਪੋਰਟੈਂਟ ਹੈਗਾ, ਤੁਸੀਂ ਇਹਨਾਂ ਨੂੰ ਵੀ ਯਾਦ ਰੱਖਣਾ। ਸੋ ਫਾਇਰ ਸੇਫਟੀ 'ਤੇ ਇੱਕ ਕਮੇਟੀ ਬਣਾਈ ਗਈ ਹੈ, ਉਹਨਾਂ ਦੇ ਕੌਣ ਹੈੱਡ ਹੈਗੇ? DK ਸ਼ਮੀ, ਇਹ ਵੀ ਤੁਸੀਂ ਯਾਦ ਰੱਖਣਾ। DK ਸ਼ਮੀ ਕੌਣ ਹੈਗੇ ਆ? ਹੈੱਡ ਹੈਗੇ ਆ ਫਾਇਰ ਕਮੇਟੀ ਦੇ, ਠੀਕ ਹੈ ਜੀ। ਸੋ ਨੈਕਸਟ ਜੋ ਇੰਪੋਰਟੈਂਟ ਹੈਗਾ ਪ੍ਰਾਈਮ ਮਿਨਿਸਟਰ ਸਲੋਵਾਕੀਆ, ਆਪਾਂ ਆਲਰੇਡੀ ਕੁਐਸਚਨ ਦੇ ਵਿੱਚ ਵੀ ਕਰ ਚੁੱਕੇ ਹਾਂ। ਸੋ ਪ੍ਰਾਈਮ ਮਿਨਿਸਟਰ ਸਲੋਵਾਕੀਆ ਕੌਣ ਹੈਗੇ? ਐਡਵਰਡ ਹੈਗਰ, ਸੋ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਬਹੁਤ ਹੀ। ਐਡਵਰਡ ਹੈਗਰ ਕੌਣ ਹੈਗੇ? ਪ੍ਰਾਈਮ ਮਿਨਿਸਟਰ ਸਲੋਵਾਕੀਆ, ਬਹੁਤ ਹੀ ਇੰਪੋਰਟੈਂਟ ਹੈਗਾ। ਨੈਕਸਟ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਨੈਕਸਟ ਹੈਗਾ ਉਰਜੀਤ ਪਟੇਲ, ਐਡੀਸ਼ਨਲ ਡਾਇਰੈਕਟਰ ਆਫ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ। ਉਰਜੀਤ ਪਟੇਲ ਕੌਣ ਸੀਗੇ? ਫੋਰਮਰ ਗਵਰਨਰ ਆਫ RBI, ਬਹੁਤ ਇੰਪੋਰਟੈਂਟ ਹੈ। ਸੋ ਪ੍ਰੈਜ਼ੀਡੈਂਟ ਆਫ ਕੋਸੋਵੋ ਕੌਣ ਬਣੇ ਹੈ? ਵਜੋਸਾ ਉਸਮਾਨੀ ਸਦੌਰੀ, ਬਹੁਤ ਇੰਪੋਰਟੈਂਟ ਹੈ, ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। ਪ੍ਰੈਜ਼ੀਡੈਂਟ ਆਫ ਵੀਅਤਨਾਮ ਕੌਣ ਬਣੇ ਹੈ? ਨਿਗਿਉਨ ਯੂਨ ਫੁਕ, ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਪ੍ਰਾਈਮ ਮਿਨਿਸਟਰ ਆਫ ਵੀਅਤਨਾਮ ਕੌਣ ਹੈਗੇ ਆ? ਫਮ ਮਿੰਟ ਚਿਨ, ਸੋ ਇਹ ਵੀ ਤੁਸੀਂ ਯਾਦ ਕਰ ਸਕਦੇ ਹੋ। ਮਿਸ਼ਨ ਡਾਇਰੈਕਟਰ ਆਫ ਨੀਤੀ ਆਯੋਗ ਅਟਲ ਇਨੋਵੇਸ਼ਨ ਮਿਸ਼ਨ, ਬਹੁਤ ਹੀ ਇੰਪੋਰਟੈਂਟ ਹੈਗਾ, ਇਹ ਆਪਾਂ ਆਲਰੇਡੀ ਵੀ ਕਰ ਚੁੱਕੇ ਹਾਂ, ਤੁਸੀਂ ਇਹਨੂੰ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ ਕਿਉਂਕਿ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਮੈਨੇਜਿੰਗ ਡਾਇਰੈਕਟਰ ਆਫ ਨੀਤੀ ਆਯੋਗ ਅਟਲ ਇਨੋਵੇਸ਼ਨ ਮਿਸ਼ਨ, ਤਾਂ ਉਹਨਾਂ ਦਾ ਆਂਸਰ ਹੈਗਾ ਚਿੰਤਨ ਵੈਸ਼ਨਵ, ਬਹੁਤ ਹੀ ਇੰਪੋਰਟੈਂਟ ਹੈਗਾ। 48 ਚੀਫ ਜਸਟਿਸ ਆਫ ਇੰਡੀਆ ਕੌਣ ਅਪੋਇੰਟ ਹੋਏ? NV ਰਮਾਨਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। 48 ਕੌਣ ਹੋਏ ਆ? NV ਰਮਾਨਾ, ਠੀਕ ਹੈ। ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਸਿਡਬੀ ਦੇ ਚੇਅਰਮੈਨ ਕੌਣ ਅਪੋਇੰਟ ਹੋਏ ਆ? ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਤਾਂ ਆਪਣਾ ਆਂਸਰ ਆ ਜਾਊਗਾ S ਰਮਾਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਇਹਨੂੰ ਤੁਸੀਂ ਰੈੱਡ ਪੈਨ ਦੇ ਨਾਲ ਨੋਟ ਕਰ ਲੈਣਾ, ਮਾਰਕ ਕਰ ਲੈਣਾ। 48 ਚੀਫ ਜਸਟਿਸ ਆਫ ਇੰਡੀਆ ਕੌਣ ਬਣੇ? NV ਰਮਾਨਾ। ਚੇਅਰਮੈਨ ਮੈਨੇਜਿੰਗ ਡਾਇਰੈਕਟਰ ਆਫ ਸਿਡਬੀ ਕੌਣ ਬਣੇ? S ਰਮਾਨ, ਠੀਕ ਹੈ। ਸੋ ਬ੍ਰਾਂਡ ਅੰਬੈਸਡਰ ਆਫ ਵੀਵੋ ਵਿਰਾਟ ਕੋਹਲੀ, ਤੁਸੀਂ ਇਹਨਾਂ ਨੂੰ ਯਾਦ ਕਰਨਾ ਚਾਹੋ ਤਾਂ ਕਰ ਸਕਦੇ ਹੋ, ਬਾਕੀ ਛੱਡ ਸਕਦੇ ਹੋ। ਚੇਅਰਮੈਨ ਆਫ ਕਪੈਸਿਟੀ ਬਿਲਡਿੰਗ ਕਮਿਸ਼ਨ, ਸੋ ਕੌਣ ਬਣੇ? ਆਦਿਲ ਜਨ ਉਲ ਭਾਈ। ਪ੍ਰਾਈਮ ਮਿਨਿਸਟਰ ਆਫ ਨਾਈਜਰ ਕੌਣ ਬਣੇ ਹੈਗੇ ਆ? ਓਂਜੂ ਮੁਦੂਮੁਜੂ, ਠੀਕ ਹੈ। ਤੁਹਾਨੂੰ ਯਾਦ, ਮੈਨੂੰ ਪ੍ਰੋਨਾਊਂਸ ਨਹੀਂ ਕਰਨਾ ਆ ਰਿਹਾ, ਸੋ ਤੁਸੀਂ ਵੇਖ ਲਿਓ, ਉਹਨੂੰ ਥੋੜ੍ਹਾ ਜਿਹਾ ਯਾਦ ਕਰ ਲਿਓ, ਥੋੜ੍ਹਾ ਜਿਹਾ ਅੱਖਾਂ ਥਾਣੀ ਕੱਢ ਦਿਓ ਵੀ ਕੌਣ ਕੌਣ ਹੈਗੇ ਆ, ਬਾਕੀ ਤੁਸੀਂ ਉੱਥੇ ਆਪਸ਼ਨ ਆਉਣਗੇ ਤੁਸੀਂ ਆਪੇ ਹੀ ਐਲੀਮੀਨੇਟ ਕਰ ਲਓਗੇ, ਠੀਕ ਹੈ। ਬਸ ਇੰਨਾ ਕੁ ਪਤਾ ਹੋਵੇ ਆਪਸ਼ਨ ਐਲੀਮੀਨੇਟ ਹੋਣ। ਸਿਡਬੀ ਦੇ ਕੌਣ ਹੈਗੇ? S ਰਮਾਨ। ਚੀਫ ਜਸਟਿਸ ਆਫ ਇੰਡੀਆ ਕੌਣ ਬਣੇ 40? NV ਰਮਾਨ, ਠੀਕ ਹੈ। ਤੋ ਚਿੰਤਨ ਵੈਸ਼ਨਵ ਕੌਣ ਹੈਗੇ? ਮਿਸ਼ਨ ਡਾਇਰੈਕਟਰ ਹੈਗੇ ਅਟਲ ਇਨੋਵੇਸ਼ਨ ਮਿਸ਼ਨ ਦੇ, ਠੀਕ ਹੈ ਜੀ। ਪ੍ਰਾਈਮ ਮਿਨਿਸਟਰ ਵੀਅਤਨਾਮ ਕੌਣ ਹੈਗੇ ਆ? ਫਮ ਚਿਨ ਮਿਨ, ਠੀਕ ਹੈ। ਉਰਜੀਤ ਪਟੇਲ ਕੌਣ ਬਣੇ ਆ? ਐਡੀਸ਼ਨਲ ਡਾਇਰੈਕਟਰ ਆਫ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ, ਠੀਕ ਹੈ। ਸੋ ਨੈਕਸਟ ਮੂਵ ਕਰਦੇ ਆਪਾਂ। ਨੈਕਸਟ ਹੈਗਾ ਕਿਮ ਬੋਕ ਲੂ, ਪ੍ਰਾਈਮ ਮਿਨਿਸਟਰ ਆਫ ਸਾਊਥ ਕੋਰੀਆ, ਇਹ ਬਹੁਤ ਇੰਪੋਰਟੈਂਟ ਹੈ, ਪਹਿਲਾਂ ਵੀ BCS ਦੇ ਵਿੱਚ ਪੁੱਛਿਆ ਗਿਆ ਸੀਗਾ ਵੀ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨਵੇਂ ਕੌਣ ਬਣੇ? ਕਿਮ ਬੋਕ ਲੂ। ਸੋ ਨੈਕਸਟ ਇੰਪੋਰਟੈਂਟ ਹੈਗਾ ਫਸਟ ਵੂਮਨ ਚੇਅਰਪਰਸਨ ਆਫ ਨਾਸਕੋਮ, ਆਪਾਂ ਆਲਰੇਡੀ ਕਰ ਚੁੱਕੇ ਹਾਂ, ਰੇਖਾ ਮੈਨਨ। ਪਾਰਟ ਟਾਈਮ ਚੇਅਰਮੈਨ ਆਫ HDFC ਬੈਂਕ ਆਤਨੂ ਚੱਕਰਵਰਤੀ, ਤੁਸੀਂ ਕਰਨਾ ਚਾਹੋ ਕਰ ਸਕਦੇ ਹੋ। ਨਾੜਾ ਦੇ ਆਪਾਂ ਆਲਰੇਡੀ ਕਰ ਚੁੱਕੇ ਹਾਂ, ਸਿਰਦਾਰ ਸਿੰਘ, ਠੀਕ ਹੈ। ਡਾਇਰੈਕਟਰ ਜਨਰਲ ਆਫ ਨਾੜਾ ਜਾਂ ਕਹਿ ਸਕਦੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ, ਸਿਰਦਾਰਥ ਸਿੰਘ, ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਨੈਕਸਟ ਹੈਗਾ MD ਐਂਡ CEO ਆਫ ਨੈਸ਼ਨਲ ਕਮੋਡਿਟੀ ਐਂਡ ਡੈਰੀਵੇਟਿਵ ਐਕਸਚੇਂਜ ਲਿਮਟਿਡ ਬਾਈ SEBI NCDX ਦੇ ਕੌਣ ਬਣੇ ਹੈਗੇ ਆ? MD ਤੇ CEO ਅਰੁਣ ਰਾਸਤੇ। ਨੈਕਸਟ ਹੈਗਾ ਪ੍ਰਾਈਮ ਮਿਨਿਸਟਰ ਅਰਮੇਨੀਆ ਰਿਜ਼ਾਈਨਡ, ਕਿਹਨਾਂ ਨੇ ਰਿਜ਼ਾਈਨ ਕੀਤਾ ਅਰਮੇਨੀਆ ਦੇ ਪ੍ਰੈਜ਼ੀਡੈਂਟ ਤੋਂ? ਨਿਕੋਲ ਫਿਸ਼ਨੀਅਨ। ਹੁਣ ਇੰਪੋਰਟੈਂਟ ਹੈਗਾ ਅਜੇ ਸੇਠ ਨੂੰ ਅਪੋਇੰਟ ਕੀਤਾ ਗਿਆ ਐਜ਼ ਏ ਨੋਨ ਆਫੀਸ਼ੀਅਲ ਡਾਇਰੈਕਟਰ ਆਫ ਸੈਂਟਰ ਬੋਰਡ ਆਫ RBI, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਨੋਨ ਆਫੀਸ਼ੀਅਲ ਡਾਇਰੈਕਟਰ ਆਫ ਸੈਂਟਰ ਬੋਰਡ ਆਫ RBI ਨੂੰ ਕਿਹਨੂੰ ਅਪੋਇੰਟ ਕੀਤਾ ਗਿਆ? ਅਜੇ ਸੇਠ ਨੂੰ ਕੀਤਾ ਗਿਆ, ਬਹੁਤ ਇੰਪੋਰਟੈਂਟ ਹੈ। ਆਪਾਂ ਨੈਕਸਟ ਮੂਵ ਕਰਦੇ ਹਾਂ। ਨੈਕਸਟ ਹੈਗਾ ਪੂਨਮ ਗੁਪਤਾ, ਫਸਟ ਵੂਮਨ ਡਾਇਰੈਕਟਰ ਜਨਰਲ ਆਫ ਨੈਸ਼ਨਲ ਕਾਊਂਸਲ ਫॉर ਅਪਲਾਈਡ ਇਕੋਨਮਿਕ ਰਿਸਰਚ, ਠੀਕ ਹੈ। ਪ੍ਰਿਥਵੀ ਸ਼ੋ ਅੰਬੈਸਡਰ ਆਫ ਸਪੋਰਟ ਐਕਸਚੇਂਜ, ਬਹੁਤ ਇੰਪੋਰਟੈਂਟ ਹੈਗਾ, ਠੀਕ ਹੈ। ਸੋ ਇੰਪੋਰਟੈਂਟ ਹੈਗਾ ਸੋਨੂ ਸੂਦ, ਬ੍ਰਾਂਡ ਅੰਬੈਸਡਰ ਪੰਜਾਬ COVID-19 ਵੈਕਸੀਨ ਪ੍ਰੋਗਰਾਮ, ਜੋ ਪੰਜਾਬ ਦੇ ਵਿੱਚ COVID-19 ਵੈਕਸੀਨ ਪ੍ਰੋਗਰਾਮ ਚੱਲ ਰਿਹਾ ਉਹਦੇ ਬਣੇ ਆ ਸੋਨੂ ਸੂਦ ਬ੍ਰਾਂਡ ਅੰਬੈਸਡਰ, ਠੀਕ ਹੈ। ਸੁਸ਼ੀਲ ਚੰਦਰਾ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ, ਇਹ ਸਾਰਿਆਂ ਨੂੰ ਪਤਾ ਹੋਊਗਾ ਕਿਉਂਕਿ ਆਲਰੇਡੀ ਆਪਾਂ ਕਰ ਚੁੱਕੇ ਹਾਂ। ਪ੍ਰੈਜ਼ੀਡੈਂਟ ਆਫ ਇਕੁਆਡੋਰ ਕਿੱਥੇ ਹੈਗਾ?
ਗੁਲਰਮੋ ਲਸੋ, ਇਹ ਵੀ ਪ੍ਰੈਜ਼ੀਡੈਂਟ ਆਫ ਇਕਵਾਡੋਰ, ਬਹੁਤ ਇੰਪੋਰਟੈਂਟ ਹੈਗਾ। ਸੋ ਇਸ ਤੋਂ ਅੱਗੇ ਇੰਪੋਰਟੈਂਟ ਹੈਗਾ ਐਡਮਿਨਿਸਟ੍ਰੇਟਰ ਆਫ ਨਾਸਾ ਬਿਲ ਨੈਲਸਨ। ਸੋ ਕੌਣ ਬਣੇ ਨਾਸਾ ਦੇ ਐਡਮਿਨਿਸਟ੍ਰੇਟਰ? ਬਿਲ ਨਾਲਸਨ, ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਜੋ ਸਭ ਤੋਂ ਇੰਪੋਰਟੈਂਟ ਹੈਗਾ ਉਹ ਹੈਗਾ ਟੈਸਲਾ ਇੰਡੀਆ HRD ਹੈਡ। ਤਾਂ ਆਪਣਾ ਆਂਸਰ ਆ ਜਾਓ ਚਿਤਰਾ ਥੋਮਸ, ਬਹੁਤ ਇੰਪੋਰਟੈਂਟ ਹੈ। ਸੋ ਫਸਟ ਵੂਮਨ ਐਗਜ਼ੀਕਿਊਟਿਵ ਇੰਜੀਨੀਅਰ ਆਫ BRU ਜਾਂ ਕਹਿ ਸਕਦੇ ਹਾਂ ਬੋਰਡਰ ਰੋਡ ਆਰਗੇਨਾਈਜੇਸ਼ਨ, ਵਿਸ਼ਾਲੀ ਐਚ ਹਿਵਸੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਨਿਊ ਹੈਡ ਕੋਚ ਆਫ US ਹਾਕੀ ਟੀਮ ਮੈਨਸ ਕੌਣ ਹੈਗੇ ਆ? ਹਰਿੰਦਰ ਸਿੰਘ, ਬਹੁਤ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਬਾਕੀ ਤੁਸੀਂ ਹੋਰ ਵੀ ਆਪਣੇ ਵੱਲੋਂ ਕਰ ਸਕਦੇ ਹੋ, ਮੈਂ ਸਾਰੀਆਂ ਅਪੋਇੰਟਮੈਂਟਸ ਕਰਾਤੀਆਂ ਅਪ੍ਰੈਲ ਮਹੀਨੇ ਦੀਆਂ। ਤੁਹਾਨੂੰ ਕੁਛ ਹੋਰ ਵੀ ਇੰਪੋਰਟੈਂਟਸ ਲੱਗਦੀਆਂ ਤੁਸੀਂ ਆਪਣੇ ਆਪ ਕਰ ਸਕਦੇ ਹੋ। ਰਵਿੰਦਰ ਜੜੇਜਾ ਬ੍ਰਾਂਡ ਅੰਬੈਸਡਰ ਆਫ ASIC। TV ਸੋਮਾਨਾਥਨ ਫਾਈਨੈਂਸ ਸੈਕਟਰੀ ਆਫ ਇੰਡੀਆ, ਬਹੁਤ ਇੰਪੋਰਟੈਂਟ ਹੈਗਾ। ਅਮਿਤਾਭ ਚੌਧਰੀ MD ਐਂਡ CEO ਆਫ ਐਕਸਿਸ ਬੈਂਕ, ਠੀਕ ਹੈ ਜੀ। ਅਤੇ ਹੋਰ ਇਹਦੇ 'ਚੋਂ ਕੋਈ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਗਾ। ਹਾਂ, ਵਨੀਤਾ ਗੁਪਤਾ ਐਸੋਸੀਏਟ ਅਟਾਰਨੀ ਜਨਰਲ ਆਫ ਯੂਨਾਈਟਿਡ ਸਟੇਟਸ, ਇਹ ਬਹੁਤ ਇੰਪੋਰਟੈਂਟ ਹੈਗਾ। ਚੀਫ ਜਸਟਿਸ ਆਫ ਕੈਲਕਟਾ ਹਾਈ ਕੋਰਟ ਹੁਣੇ ਨਿਊਲੀ ਅਪੋਇੰਟ ਹੋਏ ਆ, ਉਹਨਾਂ ਦਾ ਨਾਮ ਕੀ ਹੈ? ਰਾਜੇਸ਼ ਬਿੰਦਲ। ਤਰੁਣ ਬਜਾਜ ਕੀ ਹੈਗਾ? ਰਿਵੈਨਿਊ ਸੈਕਟਰੀ, ਆਪਾਂ ਆਲਰੇਡੀ ਕਰ ਚੁੱਕੇ ਹਾਂ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਅਤੇ ਸਭ ਨਾਲੋਂ ਜ਼ਿਆਦਾ ਜੋ ਇੰਪੋਰਟੈਂਟ ਹੈਗਾ ਵਨੀਤਾ ਗੁਪਤਾ ਅਪੋਇੰਟਡ ਐਜ਼ ਐਸੋਸੀਏਟ ਅਟਾਰਨੀ ਜਨਰਲ ਆਫ ਯੂਨਾਈਟਿਡ ਸਟੇਟਸ। ਸੋ ਅੱਜ ਲਈ ਇੰਨਾ ਹੀ ਸੀਗਾ ਇੰਪੋਰਟੈਂਟ। ਹਾਂ, ਇੱਕ ਇੰਪੋਰਟੈਂਟ ਹੋਰ ਹੈਗਾ ਕਾਰਲ ਬਿਲਡਿਟ WHO ਸਪੈਸ਼ਲ ਇਨਵੋ ਆਫ ACT ਕਲਾਈਮੇਟ ਐਕਸਲੇਟਰ, ਠੀਕ ਹੈ, ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਅਤੇ ਆਪਣੇ ਅਪ੍ਰੈਲ ਦੇ ਕਰੰਟ ਅਫੇਅਰ ਆਲਮੋਸਟ ਕੰਪਲੀਟ ਹੋ ਗਏ ਹੈ। ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ, ਕੁਐਰੀਜ਼ ਹੈ, ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਮੈਂ ਹਰ ਕਿਸੇ ਦੇ ਰਿਪਲਾਈਜ਼ ਦੇ ਹਰ ਕਿਸੇ ਦਾ ਕੁਐਸਚਨ ਦੀ ਰਿਪਲਾਈ ਕਰਦਾ, ਠੀਕ ਹੈ। ਬਾਕੀ ਤੁਸੀਂ ਆਪਣਾ ਜਿਹੜਾ ਉਹ ਇੰਸਟਾਗ੍ਰਾਮ 'ਤੇ ਮੈਨੂੰ ਪੁੱਛ ਸਕਦੇ ਹੋ ਜਿਵੇਂ ਤੁਹਾਨੂੰ ਕਨਵੀਨੀਅੰਟ ਲੱਗਦਾ, ਠੀਕ ਹੈ ਜੀ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ ਕਿ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਿਹਾ। ਇਟਸ ਵੈਰੀ ਇਨਕਰੇਜਿੰਗ ਕਿ ਤੁਸੀਂ ਦੱਸ ਦਿਓ ਵੀ ਤੁਹਾਨੂੰ ਲੈਕਚਰਸ ਵਧੀਆ ਲੱਗ ਰਿਹਾ। ਸੋ ਥੈਂਕ ਯੂ ਸੋ ਮਚ।